ਪ੍ਰਾਣੀ ਦੇ ਕੋਲ ਪਹੁੰਚੇਗੀ। ਕਿਉਂਕਿ ਗੱਲ ਆਪਾਂ ਗੁਰਬਾਣੀ ਦੀ ਕਰਨੀ ਹੈ, ਗੁਰਮਤ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਨੀ ਹੈ। ਸਿੱਖ ਵਿਦਿਅਕ ਪ੍ਰਣਾਲੀ ਕੀ ਹੋਣੀ ਚਾਹੀਦੀ ਹੈ, ਇਸ ਦੀ ਬੈਕਗਰਾਉਂਡ ਕੀ ਸੀ, ਪ੍ਰੈਜ਼ੈਂਟ ਕੀ ਹੈ ਤੇ ਫਿਊਚਰ ਕੀ ਹੋਣਾ ਚਾਹੀਦਾ। ਬਹੁਤ ਸਾਰੇ ਨਿੱਕੇ ਬੱਚੇ ਸਟੂਡੈਂਟਸ ਜਿਹੜੇ ਸਕੂਲ ਦੇ ਜਾਂ ਕਾਲਜਸ ਦੇ ਹੋਣਗੇ, ਹਾਇਰ ਸਟੱਡੀ ਵੀ ਕਰਦੇ ਹੋਣਗੇ, ਤੇ ਬੜੇ ਸਾਰੇ ਵਿਦਿਅਕ ਮਾਰਤੰਡ ਪ੍ਰੋਫੈਸਰ ਫਿਲੋਸਫਰ ਇਸ ਕੈਂਪ ਰਾਹੀਂ ਇਹਦੇ ਵਿੱਚ ਹਿੱਸਾ ਲੈ ਰਹੇ ਹੋਣਗੇ। ਕਿਉਂਕਿ ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ, ਸਭ ਤੋਂ ਪਹਿਲਾਂ ਡੈਫੀਨੇਸ਼ਨ ਦੇਖੀਏ। ਐਜੂਕੇਸ਼ਨ ਇੱਕ ਲੈਟਿਨ ਲੈਂਗੁਏਜ ਦਾ ਵਰਡ ਹੈ, ਲਾਤੀਨੀ ਭਾਸ਼ਾ ਜਿਹਨੂੰ ਕਹਿੰਦੇ ਨੇ। ਲੈਟਿਨ ਲੈਂਗੁਏਜ ਦੇ ਵਿੱਚੋਂ ਇੰਗਲਿਸ਼ ਭਾਸ਼ਾ ਦੇ ਵਿੱਚ ਆਇਆ ਹੋਇਆ। ਬਹੁਤ ਸਾਰੇ ਲਫ਼ਜ਼ ਨੇ, ਆਪਾਂ ਸ਼ੁਰੂਆਤ ਇੱਥੋਂ ਕਰਦੇ ਹਾਂ, ਕਿਉਂਕਿ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲਫ਼ਜ਼ ਨੇ ਜਿਹੜੇ ਕਿ ਦੂਸਰੀਆਂ ਭਾਸ਼ਾਵਾਂ ਦੇ ਵਿੱਚੋਂ ਘੁਸਪੈਠ ਕਰਕੇ ਆਏ ਨੇ ਜਾਂ ਲਿਆਂਦੇ ਗਏ ਨੇ। ਲਾਤੀਨੀ ਲੈਂਗੁਏਜ ਦੇ ਹੋ ਸਕਦਾ ਹੈ ਕਈਆਂ ਨੂੰ ਨਾ ਸਮਝ ਲੱਗੀ ਹੋ ਲਾਤੀਨੀ ਲੈਂਗੁਏਜ, ਲੈਟਿਨ ਲੈਂਗੁਏਜ ਨਾ ਕਦੇ ਪੜ੍ਹੀ ਸੁਣੀ ਹੋਵੇ, ਪਰ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਉਹਦਾ ਨਮੂਨਾ ਦੇਣਾ ਚਾਹਾਂਗਾ। ਪਹਿਲਾਂ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ। ਐਜੂਕੇਸ਼ਨ ਦਾ ਲੈਟਿਨ ਲੈਂਗੁਏਜ ਦੇ ਵਿੱਚ ਇਹਨੂੰ ਕਹਿੰਦੇ ਨੇ ਐਜੂਸੀਅਰ। ਐਜੂਸੀਅਰ ਤੋਂ ਭਾਵ ਹੈ ਐਜੂਸੀਅਰ ਤੇ ਐਜੂਕੇਅਰ। ਤੁਸੀਂ ਜੋ ਤੁਹਾਡੇ ਅੰਦਰ ਹੈ ਉਹਨੂੰ ਬਾਹਰ ਕੱਢਣਾ, ਜੋ ਤੁਹਾਡੇ ਅੰਦਰ ਹੈ ਉਹਨੂੰ ਬਾਹਰ ਕੱਢਣਾ। ਦੂਜਾ ਇਹਦਾ ਅਰਥ ਇਹ ਵੀ ਨਿਕਲਦਾ ਕਿ ਅਗਾਹਾਂ ਕੂ ਤਰਾਗ, ਪਿੱਛਾ ਫੇਰ ਨਾ ਮੁੱਢੜਾ। ਗੁਰਬਾਣੀ ਦਾ ਫਰਮਾਨ ਹੈ, ਅੱਗੇ ਨੂੰ ਵਧਦੇ ਜਾਣਾ, ਕੈਰੀ ਔਨ, ਚੱਲਦੇ ਹੀ ਜਾਣਾ, ਸਦਾ ਸਫ਼ਰ ਦੇ ਵਿੱਚ ਚੱਲਦੇ ਰਹਿਣਾ। ਇਹ ਦੋ ਲਫ਼ਜ਼ ਨੇ। ਪਰ ਅੱਜ ਦੀ ਜੋ ਐਜੂਕੇਸ਼ਨ ਪ੍ਰਣਾਲੀ ਆ ਉਹਦੇ ਵਿੱਚ ਅੰਦਰੋਂ ਬਾਹਰ ਘੱਟ ਕੱਢਿਆ ਜਾ ਰਿਹਾ, ਸਾਡੇ ਅੰਦਰ ਵੱਧ ਤੁੰਨਿਆ ਜਾ ਰਿਹਾ। ਪਹਿਲਾਂ ਮੈਂ ਲੈਟਿਨ ਲੈਂਗੁਏਜ ਦੀ ਗੱਲ ਕਰ ਰਿਹਾ ਸੀ, ਜਿੱਥੇ ਤੁਹਾਨੂੰ ਨਾਲ ਜੋੜ ਕੇ ਰੱਖਣ ਲਈ ਮੈਂ ਤੁਹਾਨੂੰ ਕੁਝ ਆਸੇ-ਪਾਸੇ ਕੋਸ਼ਿਸ਼ ਕਰਾਂਗੇ ਬਿਲਕੁਲ ਸਹੀ ਡਾਇਰੈਕਸ਼ਨ ਦੇ ਵਿੱਚ ਜਾਈਏ। ਡੈਸਟੀਨੇਸ਼ਨ ਸਾਡੀ ਹੋਣੀ ਚਾਹੀਦੀ ਹੈ, ਪਰ ਮੇਰੀ ਇਹ ਆਦਤ ਹੁੰਦੀ ਹੈ ਕਿ ਕੋਸ਼ਿਸ਼ ਕਰੀਏ ਜੇ ਅਸੀਂ ਲੇਹ ਲਦਾਖ ਜਾਣਾ ਹੈ, ਲੇਹ ਲਦਾਖ ਪਹੁੰਚਣਾ ਹੈ, ਤੇ ਅਸੀਂ ਜ਼ਰੂਰ, ਸਾਡੀ ਡੈਸਟੀਨੇਸ਼ਨ ਲੇਹ ਲਦਾਖ ਹੈ, ਪਰ ਸਾਨੂੰ ਸੱਜੇ ਖੱਬੇ ਜ਼ਰੂਰ ਜਿਹੜੇ ਐਗਜ਼ੋਟਿਕ ਲੋਕੇਸ਼ਨਸ ਨੇ, ਚੰਗੇ ਟੂਰਿਸਟ ਪੁਆਇੰਟ ਨੇ, ਉਹ ਵੀ ਮਿਸ ਨਹੀਂ ਕਰਨੇ ਚਾਹੀਦੇ। ਉਹ ਵੀ ਅਸੀਂ ਦੇਖਦੇ ਜਾਈਏ ਤਾਂ ਕਿ ਸਾਡੇ ਕੋਲ ਕੰਪਲੀਟ ਨੌਲੇਜ, ਕੰਪਲੀਟ ਤਾਂ ਵੈਸੇ ਮਨੁੱਖ ਕਦੇ ਨਹੀਂ ਹੋਇਆ, ਕੋਸ਼ਿਸ਼ ਕਰੀਏ ਕਿ 100 ਨਹੀਂ ਤਾਂ 99% ਅਸੀਂ ਨੌਲੇਜ ਗ੍ਰਹਿਣ ਕਰ ਸਕੀਏ, ਆਲੇ ਦੁਆਲੇ ਅਸੀਂ ਸਾਰਾ ਚੀਜ਼ਾਂ ਕਵਰ ਕਰ ਸਕੀਏ। ਸੋ ਲਾਤੀਨੀ ਲੈਂਗੁਏਜ ਦੇ ਵਿੱਚ ਤੁਸੀਂ ਅਕਸਰ ਆਪਣੇ ਘਰਾਂ ਦੇ ਵਿੱਚ ਅਸੀਂ ਕਾਰਡ ਦੇਖੇ ਹੋਣਗੇ ਅੰਗਰੇਜ਼ੀ ਦੇ ਵਿੱਚ। ਖੈਰ ਹੁਣ ਤਾਂ ਹਾਲਾਤ ਹੀ ਬੜੇ ਹੋਰ ਹੋ ਗਏ। ਜਿੱਥੇ ਆਪਾਂ ਇਸ ਐਜੂਕੇਸ਼ਨ ਦੀ ਗੱਲ ਕਰਨੀ ਹੈ, ਉੱਥੇ ਅੱਜ ਦੇ ਸੰਦਰਭ ਦੇ ਵਿੱਚ ਕੁਝ ਆਪਾਂ ਜੋ ਸਾਡੇ ਵਿੱਚ ਆ ਚੁੱਕੀਆਂ ਨੇ ਇਦਾਂ ਦੀਆਂ ਗੱਲਾਂ, ਉਹ ਵੀ ਸੋਚਣੀਆਂ, ਉਹਨਾਂ ਬਾਰੇ ਵੀ ਆਪਾਂ ਵਿਚਾਰ ਕਰਨਾ। ਮੈਰਿਜ ਇਨਵੀਟੇਸ਼ਨ ਕਾਰਡ ਨੇ, ਜੇ ਤੁਹਾਡੇ ਨੇੜੇ ਤੇੜੇ ਕਿਤੇ ਪਿਆ, ਚੁੱਕ ਕੇ ਵੇਖਿਓ। ਜਿਹਨੂੰ ਉਹਦੀ ਪੂਰੀ ਸਮਝ ਨਹੀਂ, ਜਿਹਨੂੰ ਇਹ ਨਹੀਂ ਪਤਾ ਕਿ ਉਹਦੀ ਵਰਡਿੰਗ ਕੀ ਆਖਿਆ ਗਿਆ ਹੈ, ਉਹ ਵੀ ਅੱਜ ਕੱਲ੍ਹ ਆਪਣਾ ਕਾਰਡ ਇਨਵੀਟੇਸ਼ਨ ਇੰਗਲਿਸ਼ ਦੇ ਵਿੱਚ ਛਪਾ ਰਿਹਾ। ਕਿੱਡੀ ਪਿਆਰੀ ਤੇ ਮੱਖਿਓ ਮਿੱਠੀ ਬੋਲੀ ਸੀ ਸਾਡੀ ਪੰਜਾਬੀ ਗੁਰਮੁਖੀ ਬੋਲੀ, ਜਿਹੜੀ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਨੇ। ਜਦੋਂ ਕਿਸੇ ਨੂੰ ਇਨਵਾਈਟ ਕਰਨਾ ਹੁੰਦਾ ਸੀ, ਕਿਸੇ ਨੂੰ ਬੁਲਾਉਣਾ ਹੁੰਦਾ ਸੀ ਵਿਆਹ ਦੇ ਵਿੱਚ, ਤਾਂ ਕਿੱਡਾ ਸੋਹਣਾ ਲਿਖਿਆ ਹੁੰਦਾ ਸੀ ਕਿ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ, ਕਾਕਾ ਫਲਾਣਾ ਸਿੰਘ, ਬੀਬੀ ਫਲਾਣਾ ਸਿੰਘ ਆਪ ਜੀ ਨੂੰ ਮੋਹ ਭਰਿਆ ਸੱਦਾ ਦਿੰਦੇ ਹਨ ਜਦੋਂ ਉਹਨਾਂ ਦੇ ਸਪੁੱਤਰ ਜਾਂ ਸਪੁੱਤਰੀ ਦਾ ਸ਼ੁਭ ਆਨੰਦ ਕਾਰਜ ਇਹਨਾਂ ਨਾਲ ਹੋਣਾ ਨਿਯਤ ਹੋਇਆ ਹੈ। ਇਸ ਤਰੀਕ ਨੂੰ, ਇਸ ਮਿਤੀ ਨੂੰ ਅਸੀਂ ਉਡੀਕਾਂਗੇ। ਆਪਣੇ ਅੱਖਾਂ ਦੀਆਂ ਮੋਹ ਦੇ ਹੱਥਾਂ ਦੇ ਉੱਪਰ ਉਡੀਕਾਂ ਦੇ ਮੋਹ ਦਾ ਤੇਲ ਬਾਲ ਕੇ, ਮੋਹ ਦੇ ਦੀਵਿਆਂ ਨੂੰ ਤੇ ਵਿੱਚ ਤੇਲ ਬਾਲ ਕੇ ਤੁਹਾਨੂੰ ਉਡੀਕਾਂਗੇ। ਜਿਹਦਾ ਨਹੀਂ ਵੀ ਜਾਣ ਨੂੰ ਦਿਲ ਕਰਦਾ ਸੀ, ਉਹ ਵੀ ਜਾਣਾ ਚਾਹੁੰਦਾ ਸੀ ਕਿ ਕਿੱਡੇ ਪਿਆਰ ਸਤਿਕਾਰ ਨਾਲ ਸਾਨੂੰ ਬੁਲਾਵਾ ਦਿੱਤਾ ਗਿਆ, ਸਾਨੂੰ ਸੱਦਾ ਦਿੱਤਾ ਗਿਆ। ਤੇ ਜਦੋਂ ਅਸੀਂ ਇੰਗਲਿਸ਼ ਦੀ ਲੈਂਗੁਏਜ ਪੜ੍ਹਦੇ ਹਾਂ, ਆਸਪੀਸ਼ੀਅਸ ਓਕੇਸ਼ਨਸ ਆਫ ਦਾ ਯੂ ਆਰ ਇਨਵਾਈਟਡ, ਮਤਲਬ ਬਹੁਤਿਆਂ ਨੂੰ ਇਹ ਇੰਨੇ ਲਫ਼ਜ਼ ਨਹੀਂ ਸਮਝ ਲੱਗਦੇ, ਪਰ ਅਸੀਂ ਅੱਜ ਦੇ ਹਾਲਾਤਾਂ ਦੇ ਵਿੱਚ ਦੌੜਾ ਦੌੜੀ ਅੰਗਰੇਜ਼ੀ ਦੇ ਕਾਰਡ ਦੇ ਵੀ ਰਹੇ ਹਾਂ ਤੇ ਅੰਗਰੇਜ਼ੀ ਦੇ ਕਾਰਡ ਵੰਡ ਵੀ ਰਹੇ ਹਾਂ, ਇਨਵੀਟੇਸ਼ਨ ਕਾਰਡ। ਗੱਲ ਲੈਟਿਨ ਲੈਂਗੁਏਜ ਦੀ ਚੱਲੀ ਸੀ, ਉਹਦੇ ਨੀਚੇ ਜਾ ਕੇ ਲਿਖਿਆ ਹੁੰਦਾ ਵਿਦ ਦ ਬੈਸਟ ਕੰਪਲੀਮੈਂਟਸ ਫਰੋਮ, ਨਾਮ ਲਿਖੇ ਹੁੰਦੇ ਨੇ, ਇੱਕ ਖੱਬੇ ਹੱਥ ਲਿਖਿਆ ਹੁੰਦਾ RSVP। ਤੇ ਮੇਰਾ ਨਹੀਂ ਖਿਆਲ 95% ਜਾਂ 98% ਲੋਕਾਂ ਨੂੰ, ਭਾਵੇਂ ਜਿੱਡੇ ਇੱਥੇ ਤੱਕ ਵੇਖਿਆ ਗਿਆ ਕਿ ਕਾਲਜਸ ਦੇ ਪ੍ਰੋਫੈਸਰ, ਫਿਲੋਸਫਰਸ, ਬੁੱਧੀਜੀਵੀ, ਉਹਨਾਂ ਨੂੰ ਵੀ ਨਹੀਂ ਪਤਾ ਕਿ RSVP ਹੁੰਦਾ ਕੀ ਹੈ। ਜਿਨ੍ਹਾਂ ਨੂੰ ਪਤਾ ਹੈ ਧੰਨਵਾਦ ਉਹਨਾਂ ਦਾ, ਬਹੁਤ ਮੈਂ ਸਿੱਝਦਾ ਉਹਨਾਂ ਨੂੰ। ਪਰ ਅਸੀਂ ਅਕਸਰ ਕੀ ਕਹਿ ਦਿੰਦੇ ਨੇ ਮਜ਼ਾਕੀਆ ਤੌਰ ਤੇ ਕਿ ਰੋਣਗੇ ਸਾਰੇ ਵਿਆਹ ਪਿੱਛੋਂ। ਆਦਤ ਬਣੀ ਹੋਈ ਹੈ ਨਾ, ਅਸੀਂ ਹਰੇਕ ਗੱਲ ਨੂੰ ਮਜ਼ਾਕ 'ਚ ਲੈਂਦੇ ਹਾਂ। ਪਤਾ ਹੈ ਨਹੀਂ RSVP ਦੇ ਮਤਲਬ ਕੀ ਹੈ।
ਅਸੀਂ ਕਾਰਡ ਵੀ ਲੈ ਰਹੇ ਹਾਂ, ਕਾਰਡ ਵੰਡ ਵੀ ਰਹੇ ਹਾਂ। 99% ਸਾਡੇ ਕਾਰਡ ਸਾਰੇ ਇਹਨਾਂ ਭਾਸ਼ਾਵਾਂ 'ਚ ਚੱਲ ਰਹੇ ਨੇ। RSVP ਕੀ ਹੈ? ਲੇਟਿਨ ਲੈਂਗੁਏਜ ਦਾ ਲਫ਼ਜ਼ ਹੈ, ਲਾਤੀਨੀ ਭਾਸ਼ਾ ਚੋਂ ਆਇਆ ਹੋਇਆ ਅੰਗਰੇਜ਼ੀ ਦੇ ਵਿੱਚ, ਜਿਹਦਾ ਲੇਟਿਨ ਲੈਂਗੁਏਜ ਦੇ ਵਿੱਚ ਇਹਦਾ ਬਣਦੀ ਫੁੱਲ ਫਾਰਮ ਰਿਪੌਂਡੇਜ ਸਿਲਵਾਉਸ ਪਲੇਟ। ਮੈਂ ਫੇਰ ਰਿਪੀਟ ਕਰਦਾ, ਰਿਪੌਂਡੇਜ ਸਿਲਵਾਉਸ ਪਲੇਟ, ਜਿਹਦੇ ਅੰਗਰੇਜ਼ੀ ਦੇ ਵਿੱਚ ਤਰਜਮਾ ਕਰਦੇ ਹਾਂ ਤਾਂ ਰਿਪਲਾਈ ਇਫ ਯੂ ਪਲੀਜ਼, ਇਹ ਇਹਦੇ ਅਰਥ ਬਣਦੇ ਨੇ। ਸੋ ਜਿੱਦਾਂ ਰੋਮਨ ਲੈਂਗੁਏਜ ਆਪਾਂ ਕਈ ਵਾਰੀ ਲਿਖਦੇ ਹਾਂ ਮੋਬਾਈਲ ਦੇ ਉੱਪਰ, ਪੰਜਾਬੀ ਲਿਖਣੀ ਹੁੰਦੀ ਹੈ ਤੁਹਾਨੂੰ ਇੰਗਲਿਸ਼ ਵਿੱਚ ਲਿਖਦੇ ਹਾਂ, ਇਦਾਂ ਹੀ ਲਾਤੀਨੀ ਭਾਸ਼ਾ ਤੋਂ ਕਈ ਸ਼ਬਦ ਆਏ ਨੇ। ਐਜੂਕੇਸ਼ਨ ਵੀ ਐਡੂਸੀਅਰ ਤੇ ਐਜੂਕੇਅਰ ਤੋਂ ਲੈ ਕੇ ਆਇਆ, ਜਿਹਦਾ ਮਤਲਬ ਹੈ ਅੱਗੇ ਵਧਣਾ ਜਾਂ ਆਪਣੇ ਅੰਦਰ ਦੀ ਚੀਜ਼ ਨੂੰ ਬਾਹਰ ਕੱਢਣਾ। ਸਾਡੇ ਵਿੱਚ ਟੈਲੈਂਟ ਹਰੇਕ ਦੇ ਵਿੱਚ ਛੁਪਿਆ ਹੋਇਆ, ਹਰੇਕ ਦੇ ਵਿੱਚ, ਹਰੇਕ ਨੂੰ ਰੱਬ ਨੇ ਟੈਲੈਂਟਡ ਕਰਕੇ ਭੇਜਿਆ। ਕਿਸੇ 'ਚ ਕੋਈ ਟੈਲੈਂਟ ਹੈ, ਕਿਸੇ 'ਚ ਕੋਈ ਟੈਲੈਂਟ ਹੈ। ਉਹ ਪ੍ਰਤਿਭਾ ਨੂੰ ਪਛਾਣਨ ਦੀ ਲੋੜ ਹੈ, ਪ੍ਰਤਿਭਾ ਨੂੰ ਅੰਦਰੋਂ ਕੱਢਣ ਦੀ ਲੋੜ ਹੈ। ਬੰਦੇ ਖੋਜ ਦਿਲ ਹਰ ਰੋਜ਼, ਫਿਰ ਪਰੇਸ਼ਾਨੀ ਮਾਹੇ, ਗੁਰਬਾਣੀ ਦਾ ਬੜਾ ਸੁੰਦਰ ਫਰਮਾਨ ਹੈ। ਤੁਹਾਡੇ ਅੰਦਰ ਸਾਰਾ ਕੁਝ ਹੈ, ਤੁਸੀਂ ਅੰਦਰੋਂ ਹੀ ਇਹ ਬਾਹਰ ਕੱਢਣਾ ਹੈ। ਪਰ ਅਸੀਂ ਅੱਜ ਦੀ ਵਿੱਦਿਆ ਰਾਹੀਂ ਅੰਦਰ ਪਾ ਰਹੇ ਹਾਂ, ਠੂਸ ਰਹੇ ਹਾਂ। ਸੋ ਐਜੂਕੇਸ਼ਨ ਦਾ ਮਤਲਬ ਹੈ ਤੁਹਾਡੀ ਓਵਰਆਲ ਡਿਵੈਲਪਮੈਂਟ, ਤੁਹਾਡੀ ਪਰਸਨੈਲਿਟੀ ਦੀ ਡਿਵੈਲਪਮੈਂਟ, ਤੁਹਾਡੇ ਅੰਦਰੋਂ ਨਿਖਾਰ ਆਵੇ। ਤੁਸੀਂ ਇੱਕ ਸੰਪੂਰਨ ਮਨੁੱਖ ਦੀ ਘਾਟ ਘੜਨੀ ਹੈ, ਨਾ ਕੇਵਲ ਡਿਗਰੀਆਂ ਤੱਕ, ਨਾ ਕੇਵਲ ਤੁਹਾਡੇ ਸਰਟੀਫਿਕੇਟ ਤੱਕ, ਬਲਕਿ ਤੁਹਾਡੇ ਵਿੱਚ ਅੰਦਰੋਂ ਜੋ ਤੁਹਾਡੇ ਪ੍ਰਤਿਭਾ, ਜੋ ਤੁਹਾਡੇ ਹੁਨਰ ਹੈ, ਜੋ ਤੁਹਾਡੇ ਵਿੱਚ ਗੁਣ ਪਰਮਾਤਮਾ ਨੇ ਭਰ ਕੇ ਭੇਜੇ ਨੇ, ਉਹਨੂੰ ਪੋਲਿਸ਼ ਮਾਰਨੀ ਹੈ, ਉਹਨੂੰ ਹੋਰ ਚਮਕਾਉਣਾ ਹੈ, ਉਹਦੇ ਵਿੱਚ ਹੋਰ ਨਿਖਾਰ ਲਿਆਉਣਾ ਹੈ, ਤਾਂ ਕਿ ਅਸੀਂ ਸਮਾਜ ਨੂੰ ਸੇਧ ਦੇ ਸਕੀਏ, ਆਪਣੇ ਆਪ ਦਾ ਜੀਵਨ ਉੱਚਾ ਚੁੱਕ ਸਕੀਏ, ਆਪਣਾ ਇਖਲਾਕ ਉੱਚਾ ਚੁੱਕ ਸਕੀਏ, ਆਪਣੇ ਕਰੈਕਟਰ ਦੀ ਓਵਰਆਲ ਡਿਵੈਲਪਮੈਂਟ ਕਰ ਸਕੀਏ। 1469 ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪ੍ਰਕਾਸ਼ ਹੁੰਦਾ ਉਹਨਾਂ ਦਾ, ਤੇ ਗੁਰੂ ਨਾਨਕ ਸਾਹਿਬ ਅਕਸਰ ਕਹਿੰਦੇ ਨੇ ਕਿ ਨਹੀਂ ਧੁਰੋਂ ਪੜ੍ਹ ਕੇ ਆਏ, ਪਰ ਗੁਰੂ ਨਾਨਕ ਸਾਹਿਬ ਦੀ ਜੇਕਰ ਤੁਸੀਂ ਰਾਗ ਵਿਦਿਆ ਦੀ ਮੁਹਾਰਤ ਵੇਖੋ, ਤੁਸੀਂ ਜਾ ਕੇ 31 ਰਾਗ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਦਾ, ਠੀਕ ਹੈ ਗੁਰੂ ਸੀ, ਸਮਰੱਥ ਸੀ, ਪਰ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਨੀ ਹੈ ਤਾਂ ਜੇ ਮੈਂ ਕਹਿ ਲਾਂ ਕਰਤਾਰਪੁਰ ਸਾਹਿਬ ਸਿੱਖਾਂ ਦੀ ਸਭ ਤੋਂ ਪਹਿਲੀ ਟਕਸਾਲ ਹੋਈ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਨਾਰੋਵਾਲ ਧਰਤੀ ਪਾਕਿਸਤਾਨ ਤੇ ਹੈ, ਜਿੱਥੇ ਹੁਣ ਲਾਂਘਾ ਖੁੱਲਿਆ ਹੈ, ਉਸ ਧਰਤੀ ਦੇ ਉੱਪਰ ਅਖੀਰਲੇ 18 ਸਾਲ ਕਿਰਤ ਕਰਨ ਦਾ ਉਪਦੇਸ਼ ਦਿੱਤਾ, ਨਾਮ ਜਪਣ ਦਾ ਉਪਦੇਸ਼ ਦਿੱਤਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਉੱਥੇ ਬਕਾਇਦਾ ਬਹੁਤ ਸਾਰੇ ਸਿੱਖਾਂ ਦਾ, ਜਦੋਂ ਇਤਿਹਾਸ ਨੂੰ ਵਾਚਦੇ ਹਾਂ, ਬਹੁਤ ਸਾਰੇ ਸਿੱਖਾਂ ਦਾ ਵਰਣਨ ਆਉਂਦਾ ਹੈ। ਉੱਥੇ ਸਿੱਖ ਬਕਾਇਦਾ ਵਿੱਦਿਆ ਗ੍ਰਹਿਣ ਕਰਦੇ ਸੀ, ਸਿੱਖ ਉੱਥੇ ਵਿੱਦਿਆ ਸਿੱਖਦੇ ਸੀ। ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਦੁਰਲੱਭ ਗ੍ਰੰਥ ਕਰਤਾਰਪੁਰ ਸਾਹਿਬ ਦੇ ਵਿੱਚ 18 ਸਾਲ ਗੁਰੂ ਨਾਨਕ ਸਾਹਿਬ ਨੇ ਕੇਵਲ ਖੇਤੀ ਨਹੀਂ ਕੀਤੀ, ਕਿਉਂਕਿ ਸਿੱਖਾਂ ਦਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨਮ। ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਆ ਤਾਂ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦਾ ਵਰਣਨ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਜਿੰਨੀਆਂ ਉਦਾਸੀਆਂ ਕੀਤੀਆਂ, ਲਗਭਗ 25 ਤੋਂ 30 ਹਜ਼ਾਰ ਦੇ ਲਗਭਗ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਇੰਨੇ ਕਿਲੋਮੀਟਰ, 25 ਤੋਂ 30 ਹਜ਼ਾਰ ਦੇ ਲਗਭਗ ਕਿਲੋਮੀਟਰ ਪੈਦਲ ਚੱਲ ਕੇ ਦੀਨ ਦੁਨੀਆ ਨੂੰ ਤਾਰਦੇ ਹੋਏ ਅਲੱਗ-ਅਲੱਗ ਦੇਸ਼ਾਂ ਦਾ ਭ੍ਰਮਣ ਕੀਤਾ, ਯਾਤਰਾ ਕੀਤੀ, ਕਿਉਂਕਿ ਗੁਰੂ ਨਾਨਕ ਸਾਹਿਬ ਕਮਾਲ ਦੇ ਟੂਰਿਸਟ ਵੀ ਸੀ। ਉਹਨਾਂ ਨੇ ਘਰ ਘਰ ਜਾ ਕੇ ਗਿਆਨ ਦਾ ਚਾਨਣ ਵੰਡਿਆ, ਗਿਆਨ ਦਾ ਛਿੱਟਾ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਆਸਾ ਹੱਥ ਕਿਤਾਬ ਕੱਚ, ਕੂਜਾ ਬਾਂਧ ਮੁਸੱਲਾ ਧਾਰੀ, ਕਿਤਾਬ ਦੀ ਗੱਲ ਆਈ ਹੈ। ਤੇ ਅਕਸਰ ਖਾਸ ਕਰਕੇ ਸਿੱਖੀ ਦੇ, ਮੈਂ ਤਾਂ ਕਹਿੰਦਾ ਮਾਨਵਤਾ ਨੂੰ ਪਿਆਰ ਕਰਨ ਵਾਲੇ, ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਜਿਹੜੇ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੇ ਘਰਾਂ ਚੋਂ ਕਿਤਾਬ ਰੁਖਸਤ ਹੋ ਚੁੱਕੀ ਹੈ, ਵਿਦਾ ਹੋ ਚੁੱਕੀ ਹੈ, ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਦੁਆਰਾ ਘਰਾਂ 'ਚ ਕਿਤਾਬਾਂ ਲੈ ਆਓ। ਤੁਸੀਂ ਘਰਾਂ 'ਚ ਕਿਤਾਬਾਂ ਲੈ ਆਓਗੇ ਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਲੈ ਆਓਗੇ। ਗੁਰੂ ਨਾਨਕ ਸਾਹਿਬ ਦੀ ਜੋ ਐਜੂਕੇਸ਼ਨ ਹੈ, ਉਹਨਾਂ ਦੀ ਜੋ ਸਾਨੂੰ ਸਿਖਾਇਆ ਸੀ ਕਿ ਆਸਾ ਹੱਥ ਕਿਤਾਬ ਕੱਚ, ਗੁਰੂ ਨਾਨਕ ਸਾਹਿਬ ਗਏ ਤਾਂ ਕਿਤਾਬ ਨਾਲ ਲੈ ਕੇ ਗਏ ਨੇ, ਕਿਤਾਬ ਨਾਲ ਰੱਖੀ ਹੈ। ਬਾਣੀ ਐਜੂਕੇਸ਼ਨ ਹੈ। ਸੋ ਕਿਤਾਬ ਜ਼ਰੂਰ ਲਈਏ, ਜਿਨ੍ਹਾਂ ਘਰਾਂ ਚੋਂ ਨਿਕਲ ਚੁੱਕੀਆਂ,
किताबां लियावांगे, गुरु नानक साहब की सिक्ख्या ते अमल करांगे। अपनी गल चल रही सी कि जदों प्रिंसीपल तेजा सिंह ने बहुत सारी खोज करके लिखिया कि करतारपुर साहब अपने आप दे विच एक बड़ी वड्डी टकसाल सी। जदों खडूर साहब करतारपुर साहब गुरु नानक साहब ज्योति जोत समांदे ने, उस तो बाद दूजी पातशाही धन गुरु अंगद साहब खडूर साहब जाते हैं, तो खडूर साहब बहुत सारिया किताबां, बहुत सारे दुर्लभ ग्रंथ, किताबां का एक समूह वो नाल लैके खडूर साहब गए सी। होर कुछ नहीं लैके गए, किताबां जरूर लैके गए ने, ग्रंथ जरूर लैके गए ने। इत्थे किते इह ना गल हो जाए भी आपां ग्रंथ नूं जां किसे कुछ सारे स्क्रिप्चर्स धार्मिक किताबां जदों गल करनी है, किताब अपने आप दे विच बड़ा एक धार्मिक शब्द है जिहड़ी सानूं ज्ञान दिंदी है। भावें कोई किताब होवे, जिहड़ी चंगी किताब है वो अपने आप दे विच एक बड़ा पाक पवित्र ते मुकद्दस संपूर्ण लफज है। ते गुरु अंगद साहब ने जाके अपने जीवन काल दौरान जिथे बाकी गुरसिੱਖੀ दे काम कीते, उत्थे गुरमुखी ले वास्ते तो बहुत ही वड्डा काम कीता। हत्थी कायदे लिखाए गुरु अंगद साहब ने, अपने हत्थी कायदे लिख के निक्के निक्के बच्चों नूं नाल लैके उन्हां नूं गुरमुखी 35 अखरी बहुत सारे उन्होंने उहदे विच लफज डिवेलप किए, लगा मात्रा उहदे विच उन्होंने बहुत सारे लफाज ਵੀਰ ਜੀ ਤੁਹਾਡੀ ਆਵਾਜ਼ ਬੰਦ ਹੋ ਗਈ ਹੈ, ਇੱਕ ਨਾ ਪਲੀਜ਼ ਚੈੱਕ ਕਰ ਲਿਓ ਗਗਨਦੀਪ ਵੀਰ ਜੀ। ਦਾ ਇੱਕ उपकार मैं कहदा, क्योंकि बहुत वड्डी उन्हां दी मेहरबानी है। पूरी दुनिया केवल सिखां ते नहीं, पूरी दुनिया दे हर मानव ते, हर मनुख ते उन्होंने सारा एक भगतां दी बाणी नूं दूर दरेडे जिहड़े बैठे सी वो इकट्ठे करके संपादना कीती। ते भाई गुरदास जी, अक्सर लोग कह दिंदे ने कि सिख कौम दे वेद व्यास, खैर अपनी अपनी राय है, पर मेरी राय यह है कि कदे भी आपां किसी की तुलना किसी नाल ना करिए, क्योंकि भाई गुरदास जी अपने आप दे विच, भाई गुरदास जी ने साडे वास्ते, भाई गुरदास जी ने वेद व्यास कौन होए ने, उन्होंने मुबारक जो उन्होंने किया होएगा मुबारकबाद है। अक्सर साडे प्रचारक आख दिंदे ने वेद व्यास, खैर मैं नहीं गल नाल सहमत। साडे लई भाई गुरदास ते भाई गुरदास जी ने उही रहणगे, उन्हां वर्गा दूजा कोई नहीं हो सकता, जिन्हां ने धन श्री गुरु ग्रंथ साहब, जिन्हां नूं उस समय आदि ग्रंथ आख्या जांदा सी, वो हत्थीं लिखिया लिखाया धन श्री गुरु अर्जन साहब जी ने। ते इन्नी वड्डी बाणी, इन्नी पवित्र बाणी रागां दे विच रागबद्ध करके पूरी मानवता वास्ते, पूरी कौम वास्ते, पूरी दुनिया वास्ते कमाल करती। सारियां पातशाहियां ने विद्या वास्ते, एजुकेशन वास्ते बहुत कुछ करिया। अक्सर तुसीं देखदे हो तलवंडी साहिबों जिथे बाणी लिखाई सी धन श्री गुरु गोबिंद सिंह सच्चे पातशाह ने, बाबा दीप सिंह जी, भाई मनी सिंह जी, गुरुद्वारा लिखणसर भी उत्थे है। मैनूं लगदा दुनिया दे विच वाहिद उत्थे गुरुद्वारा जिथे गुरुद्वारा लिखणसर, लिखण दे नां ते गुरुद्वारा है, क्योंकि गुरबाणी दे विच लिखण नूं, पढ़न नूं, बोलण नूं, सुणन नूं, समझण नूं हजारां वार, सैकड़े वार गल कीती गई है। ते गुरु गोबिंद सिंह, धन गुरु गोबिंद सिंह सच्चे पातशाह, जिन्हां दी पौणे 42 साल दी आरबला सी सरीरक रूप दे विच, 52 कवि उन्होंने एजुकेशन दे विच दिते, विद्या वास्ते दिते। ते उन्होंने हुक्मनामा जारी किया आनंदपुर साहब की पावन ते मुकद्दस धरती तो कि जिथे भी कोई विद्वान होवे वो जरूर आनंदपुर साहब आवे। जिथे कोई पोथी मिले, कोई ग्रंथ मिले, कोई भी छोटी पोथी मिले, वो कोशिश करो हर गुरसिख चंगे लिखारी नूं, चंगी पोथी नूं आनंदपुर साहब भेजिया जाए ताकि उन्होंने महफूज रखा जा सके। ते एक गल वेखियो बड़ी कमाल दी है, आनंदपुर साहब अपने आप दे विच सिक्खी दी सब तो पहली यूनीवर्सिटी सी। ये गल मननी पेगी। आनंदपुर साहब दे विच उस समय
ਕੋਈ ਵੀ, ਨੋਟ ਇਵਨ ए ਸਿੰਗਲ ਪਰਸਨ ਇਜ਼ ਨੋਟ ਇਲਿਟਰੇਟਡ, ਕੋਈ ਵੀ ਅਨਪੜ੍ਹ ਨਹੀਂ ਸੀ ਹੈਗਾ ਉੱਥੇ। ਸਾਰੇ ਤਾਲੀਮ ਯਾਫਤਾ ਸੀ, ਸਾਰੇ ਪੜ੍ਹੇ ਲਿਖੇ ਸੀ, ਸਾਰੇ ਬੁੱਧੀਜੀਵੀ ਸੀ ਲਗਭਗ। ਐਗਜ਼ਾਮਪਲ ਮੈਂ ਤੁਹਾਨੂੰ ਉਦਾਹਰਨ ਦੇਣਾ, ਉੱਥੇ ਚੰਦਨ ਕਵੀ ਨੂੰ ਹੰਕਾਰ ਹੋ ਗਿਆ ਕਿਉਂਕਿ ਗੁਰੂ ਸਾਹਿਬ ਨੇ 52 ਕਵੀ ਰੱਖੇ ਹੋਏ ਸੀ। ਉਹਨੇ ਇੱਕ ਕਵਿਤਾ ਲੈ ਕੇ ਆਂਦੀ ਕਿ ਗੁਰੂ ਸਾਹਿਬ ਮੈਂ ਬੜੀ ਕਮਾਲ ਦੀ ਕਵਿਤਾ ਲਿਖੀ ਹੈ, ਇਹਦੇ ਅਰਥ ਕੋਈ ਕਰ ਹੀ ਨਹੀਂ ਸਕਦਾ ਜੋ ਮੈਂ ਕਵਿਤਾ ਲਿਖੀ ਹੈ। ਤਾਂ ਮੈਂ ਉਹ ਕਵਿਤਾ ਤੁਹਾਨੂੰ ਨਹੀਂ ਦੱਸਾਂਗਾ, ਮੇਰੇ ਤੋਂ ਬਾਅਦ ਬੜੇ ਹੀ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਦਦੇਹਰ, ਉਹਨਾਂ ਨੇ ਆਉਣਾ। ਉਹਨਾਂ ਦਾ ਵਿਸ਼ਾ ਹੈ ਗੁਰਬਾਣੀ ਵਿਆਕਰਨ, ਲਗਾ ਮਾਤਰਾ, ਕਿਉਂਕਿ ਵਿਆਕਰਨ ਦਾ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਉਹ ਕਵਿਤਾ ਉਹਨੇ ਬੋਲੀ ਤਾਂ ਗੁਰੂ ਸਾਹਿਬ ਨੇ ਉਹਦੇ ਅਰਥ ਕਰਵਾਏ ਧੰਨਾ ਸਿੰਘ ਜੀ ਘਾਈ ਤੋਂ। ਤੁਸੀਂ ਇਹ ਵੇਖੋ, ਇੱਥੇ ਅਸੀਂ ਗੱਲ ਇਹ ਨਾ ਕਹਿ ਦਈਏ ਕਿ ਗੁਰੂ ਸਾਹਿਬ ਨੇ ਅਰਥ ਕਰਵਾਏ, ਤੁਸੀਂ ਇਹ ਦੇਖੋ ਕਿ ਲਿਟਰੇਸੀ ਰੇਟ ਕਿੰਨਾ ਵੱਡਾ ਹੋਏਗਾ ਅਨੰਦਪੁਰ ਸਾਹਿਬ ਦਾ। ਗੁਰੂ ਸਾਹਿਬ ਨੇ ਉੱਥੋਂ ਦੇ ਘਾਈ, ਉੱਥੋਂ ਦੇ ਸੇਵਾਦਾਰ, ਉੱਥੋਂ ਦੇ ਚੋਰਬਰਦਾਰ, ਉੱਥੋਂ ਦੇ ਮਤਲਬ ਘੋੜਿਆਂ ਦੇ ਜੋ ਅਸਤਬਲ ਦੇ ਵਿੱਚ ਵੀ ਸੇਵਾ ਕਰਦੇ ਸੀ ਸਿੰਘ, ਉਹ ਸਾਰੇ ਲਿਟਰੇਟ ਸੀ, ਸਾਰੇ ਪੜ੍ਹੇ ਲਿਖੇ ਸੀ, ਵੈਲ ਐਜੂਕੇਟਡ ਸੀ। ਭਾਈ ਧੰਨਾ ਸਿੰਘ ਜੀ ਨੇ ਅਰਥ ਕਰਕੇ ਦਿੱਤੇ ਤਾਂ ਚੰਦਨ ਕਵੀ ਹੈਰਾਨ ਰਹਿ ਗਿਆ। ਫਿਰ ਉਹਨੇ ਕਿਹਾ ਕਿ ਗੁਰੂ ਸਾਹਿਬ ਮੈਂ ਇੱਕ ਇਹਨੂੰ ਬੁਝਾਰਤ ਪਾਵਾਂ, ਇੱਕ ਕਵਿਤਾਵਾਂ ਮੈਂ ਵੀ ਬੋਲਾਂ ਜੇ ਅਰਥ ਕਰ ਦੇਵੇ। ਉਹਨੇ ਨਿੱਕੀ ਜੀ 2 ਸਤਰਾਂ ਦੀ ਕਵਿਤਾ ਭਾਈ ਧੰਨਾ ਸਿੰਘ ਨੇ ਪਾਈ ਤੇ ਚੰਦਨ ਕਵੀ ਜਿਹਨੂੰ ਹੰਕਾਰ ਹੋ ਗਿਆ, ਜਿਹੜਾ ਕਹਿੰਦਾ ਖਵਾਉਂਦਾ ਆਪਣੇ ਆਪ ਨੂੰ ਕਵੀ ਸੀ, ਉਹਦੇ ਕੋਲ ਅਰਥ ਨਹੀਂ ਕਰ ਹੋਏ। ਤੁਸੀਂ ਦੇਖੋ ਇੱਕ ਗੁਰੂ ਸਾਹਿਬ ਦੇ ਘਰ ਦੇ ਸੇਵਾਦਾਰ ਘਾਈ ਸਿੰਘਾਂ ਦਾ ਲੈਵਲ ਕਿੰਨਾ ਉੱਚਾ ਹੋਏਗਾ, ਕਿੰਨਾ ਬੁੱਧੀ ਦਾ ਲੈਵਲ ਉੱਚਾ ਹੋਏਗਾ, ਕਿੰਨੇ ਉਹ ਲਿਟਰੇਸੀ ਰੇਟ ਕਿੰਨਾ ਹਾਈ ਹੋਏਗਾ। ਉਹ ਮੈਂ ਵੀਰ ਇਸ ਤੋਂ ਬਾਅਦ, ਕਿਉਂਕਿ ਬੜਾ ਉਹ ਲਗਾ ਮਾਤਰਾ ਵਿਆਕਰਨ ਬੜਾ ਜ਼ਰੂਰੀ ਹੈ। ਤੁਸੀਂ ਲਗਾ ਮਾਤਰਾ ਦਾ ਇੰਨਾ ਮਹੱਤਵ ਹੈ, ਖਾਸ ਕਰਕੇ ਗੁਰਬਾਣੀ ਦੇ ਵਿੱਚ, ਐਜੂਕੇਸ਼ਨ ਦੇ ਵਿੱਚ। ਇੱਕ ਕੋਈ ਕੋਮਾ, ਫੁੱਲ ਸਟਾਪ, ਬਿੰਦੀ, ਡੈਸੀਮਲ ਕਿਤੇ ਗਲਤ ਪੈ ਗਿਆ ਤਾਂ ਸਾਰੇ ਅਰਥ ਦੇ ਅਨਰਥ ਹੋ ਜਾਂਦੇ ਨੇ, ਉਹ ਸਾਰੀ ਸੈਂਸ ਹੀ ਚੇਂਜ ਹੋ ਜਾਂਦੀ ਹੈ। ਤੇ ਤੁਸੀਂ ਇੱਕ ਗੱਲ ਵੇਖੋ, ਅੱਜ ਕੱਲ ਸਾਡਾ ਜੋ ਪਿੰਡ ਦੀ ਜੋ ਆਵਾਮ ਹੈ ਉਹ ਕਿਉਂ ਨਹੀਂ ਇੰਨਾ ਪੜ੍ਹ ਰਿਹਾ, ਕਿਉਂ ਸਾਡੇ ਕੋਲ ਲਿਟਰੇਸੀ ਰੇਟ ਇੰਨਾ ਘਟ ਗਿਆ? ਇਹ ਗੱਲ ਸਾਨੂੰ ਸੋਚਣੀ ਪੈਣੀ ਹੈ। ਲਿਖਣਾ ਅਸੀਂ ਛੱਡ ਗਏ, ਲਿਖੇ ਬਾਝੋਂ ਸੁਰਤ ਨਹੀਂ, ਬੋਲ ਬੋਲ ਗਵਾਈਆ, ਗੁਰਬਾਣੀ ਦਾ ਫਰਮਾਨ ਹੈ। ਸੋ ਉਸ ਤੋਂ ਬਾਅਦ ਪਿਆਰਾ ਸਿੰਘ ਪਦਮ ਨੇ 126 ਲਿਖਾਰੀਆਂ ਦਾ ਜ਼ਿਕਰ ਕੀਤਾ ਹੈ ਕਿ ਜੋ ਉਸ ਸਮੇਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੀ, ਜੋ ਕਿ ਬੜੇ ਪ੍ਰਵੀਨ ਵਿਦਿਆ ਦੇ ਵਿੱਚ ਬੜੇ ਮਾਹਿਰ ਸੀ। ਗੁਰੂ ਕਾਲ, ਗੁਰੂ ਸਾਹਿਬ ਦਾ ਸਮਾਂ ਲੰਘਦਾ ਹੈ, ਸਿੰਘਾਂ ਦਾ ਸਮਾਂ ਆਉਂਦਾ ਹੈ, ਜੁਝਾਰੂ ਸਿੰਘਾਂ ਦੀ ਵਾਰੀ ਆਉਂਦੀ ਹੈ। ਉਸ ਸਮੇਂ ਵੀ ਸਿੱਖਾਂ ਦੇ ਵਿੱਚ ਭਾਵੇਂ ਸਿੱਖ ਘਰੋਂ ਬੇਘਰ ਹੋ ਗਏ, ਜੰਗਲਾਂ ਦੇ ਵਿੱਚ ਰਹਿਣਾ ਪਿਆ, ਰੂਪੋਸ਼ ਹੋਣਾ ਪਿਆ, ਕਿਉਂਕਿ ਮੁਗਲਿਆ ਹਕੂਮਤ ਸਿੱਖਾਂ ਨੂੰ ਲੱਭ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ, ਸਿੱਖਾਂ ਦੇ ਉੱਪਰ ਜ਼ੁਲਮ ਕੀਤੇ ਜਾ ਰਹੇ ਸੀ। ਪਰ ਤੁਸੀਂ ਉਸ ਸਮੇਂ ਵੀ ਦੇਖੋ, ਸਿੱਖ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਤੋਂ ਦੂਰ ਨਹੀਂ ਹੋਏ। ਮੈਂ ਸ਼ਬਦ ਗੁਰੂ ਦੀ ਗੱਲ ਕਰਾਂ ਇੱਥੇ, ਕੇਵਲ ਸ਼ਬਦ ਹੀ ਗੁਰੂ ਹੈ, ਜਿੰਨੇ ਗਿਆਨ ਗੁਰੂ ਹੈ। ਗਿਆਨ ਤੋਂ ਹੀ ਸਾਨੂੰ ਸਭ ਕੁਝ ਹਾਸਲ ਹੋਣਾ ਹੈ, ਗਿਆਨ ਨਾਲ ਹੀ ਇਹ ਦੁਨੀਆ ਚੱਲਣੀ ਹੈ, ਗਿਆਨ ਨੇ ਸਾਡੀ ਓਵਰਆਲ ਡਿਵੈਲਪਮੈਂਟ ਕਰਨੀ ਹੈ। ਮੁਸਲਮਾਨ ਭਰਾ ਆਪਣੇ ਆਪ ਨੂੰ ਬੜੇ ਚੰਗੇ ਤੇ ਪਵਿੱਤਰ ਵੱਡੇ ਸਮਝਦੇ ਨੇ, ਕਿਉਂ ਕਹਿੰਦੇ ਕਿ ਸਾਡਾ ਜਨਮ ਅਹਿਲੇ ਕਿਤਾਬ ਦੇ ਵਿੱਚੋਂ ਹੋਇਆ। ਤੇ ਸਿੱਖਾਂ ਦੀ ਤਾਂ ਖੁਸ਼ਕਿਸਮਤੀ ਇੰਨੀ ਹੈ ਕਿ ਸਿੱਖਾਂ ਦਾ ਤਾਂ ਗੁਰੂ ਹੀ ਅਹਿਲੇ ਕਿਤਾਬ ਹੈ, ਸਿੱਖਾਂ ਦਾ ਗੁਰੂ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸ਼ਬਦ ਗੁਰੂ ਹੈ, ਜਿਹਦੇ ਵਿੱਚੋਂ ਦੁਨੀਆ ਦੀ ਹਰੇਕ ਚੀਜ਼, ਦੁਨੀਆ ਦੀ ਹਰੇਕ ਬਿਮਾਰੀ, ਹਰੇਕ ਪ੍ਰੋਬਲਮ, ਹਰੇਕ ਔਕੜ ਦਾ ਉਹਦੇ ਵਿੱਚ ਹੱਲ ਹੈ। ਅੱਜ ਤੱਕ ਤੁਸੀਂ ਸਾਇੰਸ ਦੇ ਕੋਈ ਫਾਰਮੂਲਾ ਬੱਚਿਆਂ ਨੇ ਦੇਖਣਾ ਹੈ, ਕੋਈ ਸਾਇੰਸ ਦਾ ਕੁਝ ਵੀ ਤੁਸੀਂ ਦੇਖਣਾ ਹੈ, ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੇਖ ਕੇ, ਭਾਵੇਂ ਮੈਡੀਕਲ ਲਾਈਨ ਹੈ ਤੇ ਭਾਵੇਂ ਇੰਜੀਨੀਅਰਿੰਗ ਲਾਈਨ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਵੀ ਚੀਜ਼ਾਂ ਦੇ ਹੱਲ ਲਿਖਿਆ ਹੋਇਆ। ਭਾਵੇਂ ਅਲੱਗ-ਅਲੱਗ ਧਰਮਾਂ ਦੀ, ਅਲੱਗ-ਅਲੱਗ ਪੈਰੋਕਾਰਾਂ ਦਾ ਆਪਣੀਆਂ ਆਪਣੀਆਂ ਮਾਨਤਾਵਾਂ, ਆਪਣੀਆਂ ਆਪਣੀਆਂ ਮਨੌਤਾਂ ਹੈ, ਪਰ ਸਿੱਖਾਂ ਵਾਸਤੇ ਬੜੀ ਉੱਚ ਦਰਜੇ ਦੀ ਗੱਲ ਹੈ ਕਿ ਸਿੱਖਾਂ ਕੋਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਸੋ 18ਵੀਂ ਸਦੀ ਦੇ ਵਿੱਚ ਜਦੋਂ ਸਿੰਘ ਘੋੜਿਆਂ ਤੇ ਸੀ, ਸਮਾਂ ਲੰਘਦਾ ਜਾ ਰਿਹਾ, ਮੈਂ ਗੱਲ ਨੂੰ ਨੇੜੇ ਲਾਵਾਂ,
ਉਸ ਸਮੇਂ ਸਫਰੀ ਬੀੜਾਂ ਸਿੱਖਾਂ ਕੋਲ ਹੁੰਦੀਆਂ ਸੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਫਰੀ ਬੀੜਾਂ। ਜਦੋਂ ਅਖੰਡ ਪਾਠ ਸਾਹਿਬ ਜਿਹੜਾ ਅਸੀਂ ਕਰਦੇ ਹਾਂ, ਉਦਾਂ ਤਾਂ ਸਹਿਜ ਪਾਠ ਬੜੇ ਤਰੀਕੇ ਨਾਲ, ਸਹਿਜ ਤਰੀਕੇ ਨਾਲ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ। ਜੋ ਅਸੀਂ ਅੱਜ ਇੱਕ ਅਖੰਡ ਪਾਠ ਸਾਹਿਬ ਕਰਵਾਉਣ ਲੱਗ ਗਏ ਹਾਂ, ਅਖੰਡ ਪਾਠ ਸਾਹਿਬ ਦੀ ਮਰਿਆਦਾ ਵੀ ਉਦੋਂ ਚੱਲੀ ਸੀ। ਬੜੇ ਵਿਦਵਾਨ ਜੁੜੇ ਹੋਣਗੇ, ਉਹ ਜ਼ਿਆਦਾ ਵਿਸਥਾਰ ਵਿੱਚ ਦੱਸ ਸਕਦੇ ਨੇ ਕਿ ਜਦੋਂ ਸਿੰਘ ਸਫਰੀ ਬੀੜਾਂ ਲੈ ਕੇ, ਮਗਰੋਂ ਇਹ ਨਹੀਂ ਸੀ ਪਤਾ ਕਿ ਕਦੋਂ ਜ਼ਾਲਮ ਨੇ ਸਾਡੇ ਉੱਪਰ ਹਮਲਾ ਕਰ ਦੇਣਾ ਹੈ, ਉੱਥੇ ਉਹਨਾਂ ਨੇ ਜੰਗਲਾਂ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਸਮੇਂ ਵੀ ਪਾਠ ਕਰਨਾ ਕਿ ਜਲਦੀ 3 ਦਿਨਾਂ ਦੇ ਵਿੱਚ ਸੰਪੂਰਨ ਹੋ ਸਕੇ। ਤੇ ਉਸ ਸਮੇਂ ਹਾਲਾਤ ਇਹ ਹੋਏ, ਕਿਉਂਕਿ ਗੁਰੂ ਗੋਬਿੰਦ ਸਿੰਘ, ਜਦੋਂ ਆਪਾਂ ਦੱਸਦੇ ਹਾਂ ਕਿ ਸਰਸਾ ਪਾਰ ਹੋਈ, ਅਕਸਰ ਇਹ ਗੱਲ ਹੁੰਦੀ ਹੈ ਕਿ 9 ਮਣ ਦਾ ਖਜ਼ਾਨਾ ਸੀ ਜਿਹੜਾ ਕਿ ਸਰਸਾ ਦੀ ਭੇਂਟ ਚੜ ਗਿਆ। ਸਿੰਘਾਂ ਦੇ ਟਾਈਮ ਲਖਪਤ ਰਾਏ ਤੇ ਜਸਪਤ ਰਾਏ, ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤੇ, ਜਿਨ੍ਹਾਂ ਨੇ ਛੋਟਾ ਘੱਲੂ ਘਰਾ ਕੀਤਾ ਕਾਹਨੂੰਵਾਨ ਦੇ ਛੰਭ ਦੇ ਵਿੱਚ, ਉਹਨਾਂ ਨੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਲੱਭ ਕੇ ਪੋਥੀਆਂ ਨੂੰ ਅੱਗ ਲਾਈ ਹੈ। ਇਤਿਹਾਸ ਵਿੱਚ ਇਹ ਜ਼ਿਕਰ ਮਿਲਦਾ ਹੈ। ਗੁਰੂ ਕਹਿਣ ਤੇ ਰੋਕ ਲਾ ਦਿੱਤੀ ਸੀ, ਜੇ ਕੋਈ ਗੁੜ ਦਾ ਨਾਂ ਲੈਂਦਾ ਸੀ, ਉਸ ਨੂੰ ਗੁੜ ਵੀ ਨਹੀਂ ਸੀ ਕਿਹਾ ਜਾਂਦਾ ਕਿ ਇਸ ਦੇ ਵਿੱਚੋਂ ਸ਼ੱਕਰ ਜਾਂ ਕੁਝ ਹੋਰ ਗੱਲ ਕਹਿ ਦੇ, ਉਸ ਵਿੱਚੋਂ ਗੁਰੂ ਦੀ ਮੈਨੂੰ ਬਦਬੂ ਆਉਂਦੀ ਹੈ। ਇਹ ਉਹਦੇ ਲਖਪਤ ਰਾਏ ਦੇ ਬੋਲ ਸੀ। ਸਮਾਂ ਲੰਘਿਆ, ਸਾਡਾ ਰਾਜ ਆਇਆ। 1801 ਦੇ ਵਿੱਚ ਸਰਕਾਰੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਦੀ ਅੱਜ ਬਰਸੀ ਹੈ, ਸੋ ਉਸ ਮਹਾਨ ਯੋਧੇ ਨੂੰ ਤੇ ਸ਼ਰਧਾ ਸੁਮਨ ਭੇਂਟ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਜ ਲਾਹੌਰ ਦੇ ਵਿੱਚ, ਕਿਉਂਕਿ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਪੰਜਾਬੀਆਂ ਦੀ ਐਸੀ ਤਕਦੀਰ ਸੜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ। ਮੁੜ ਕੇ ਸਿੱਖ ਆਪਣੇ ਰਾਜ ਲਈ ਦਰ ਦੀਆਂ ਠੋਕਰਾਂ ਖਾ ਰਿਹਾ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਲਿਟਰੇਸੀ ਰੇਟ ਇੰਨਾ ਹਾਈ ਸੀ, ਲਾਹੌਰ ਦੇ ਵਿੱਚ ਬਹੁਤ ਵੱਡੀ ਇੱਕ ਲਾਇਬ੍ਰੇਰੀ, ਦਾਸ ਨੂੰ ਹੁਣ ਜਾਣ ਦਾ ਮੌਕਾ ਮਿਲਿਆ 550 ਸਾਲੇ ਤੇ ਪਾਕਿਸਤਾਨ ਦੀ ਯਾਤਰਾ ਤੇ, ਬਹੁਤ ਵੱਡੀ ਲਾਹੌਰ ਦੇ ਵਿੱਚ ਲਾਇਬ੍ਰੇਰੀ ਮਹਾਰਾਜਾ ਰਣਜੀਤ ਸਿੰਘ ਨੇ ਐਸਟੈਬਲਿਸ਼ ਕੀਤੀ ਹੋਈ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੁਸੀਂ ਲਿਟਰੇਸੀ ਰੇਟ ਇਹ ਦੇਖੋ ਕਿ ਜਿੱਥੇ ਹਰੀ ਸਿੰਘ ਨਲੂਆ ਜੰਗਾਂ ਯੁੱਧਾਂ ਦੇ ਵਿੱਚ ਪ੍ਰਵੀਨ ਹੈ, ਐਡਾ ਵੱਡਾ ਜਰਨੈਲ ਹੈ, ਉੱਥੇ ਉਹ ਫ੍ਰੈਂਚ, ਇੰਗਲਿਸ਼ ਦਾ ਬਹੁਤ ਵੱਡਾ ਗਿਆਤਾ ਹੈ। ਜਦੋਂ ਸੰਧੀ ਕਰਨ ਵਾਸਤੇ ਅੰਗਰੇਜ਼ ਆਉਂਦੇ ਨੇ, ਉਹਨਾਂ ਨਾਲ ਗੱਲ ਕਰਨ ਵਾਸਤੇ ਅੱਗੇ ਸਰਦਾਰ ਹਰੀ ਸਿੰਘ ਨਲੂਆ। ਫ੍ਰੈਂਚ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਰਾਜ ਦੇ ਵਿੱਚ ਸਾਡੇ ਕੋਲ ਉੱਥੇ ਲਾਰਡ ਵੰਤੂਰੇ ਵਰਗੇ ਉਹ ਨੌਕਰੀਆਂ ਕਰਨ ਵਾਸਤੇ ਆਏ। ਫ੍ਰੈਂਚ ਜਰਨੈਲ ਆਏ, ਗੋਰੇ ਜਰਨੈਲ ਉੱਥੇ ਆ ਕੇ ਨੌਕਰੀਆਂ ਕੀਤੀਆਂ ਤੇ ਉਹਨਾਂ ਨੂੰ ਉਸ ਸਮੇਂ ਤਨਖਾਹ ਅੱਜ ਦੇ ਕਈ ਲੱਖਾਂ ਦੇ ਵਿੱਚ ਬਰਾਬਰ ਤੋਂ ਵੀ ਉੱਪਰ ਸੀ ਜਿਹੜੀ ਦਿੱਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਇੱਕ ਸਾਇੰਸਦਾਨ, ਸਾਇੰਟਿਸਟ ਸਰਦਾਰ ਲਹਿਣਾ ਸਿੰਘ, ਜਿਹੜੀਆਂ ਅਕਸਰ ਅਸੀਂ ਵਨ ਟਾਈਮ ਯੂਜ਼ਡ ਜਿਹੜੀਆਂ ਤੋਪਾਂ ਜਿਹਨਾਂ ਨੂੰ ਕਹਿੰਦੇ ਆ, ਉਹ ਸਭ ਤੋਂ ਪਹਿਲਾਂ ਜੇ ਇਜਾਦ ਕੀਤੀਆਂ, ਉਹਨਾਂ ਦੀ ਇਨਵੈਂਸ਼ਨ ਕੀਤੀ ਤਾਂ ਸਰਦਾਰ ਲਹਿਣਾ ਸਿੰਘ ਨੇ ਕੀਤੀ, ਜੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੀ। ਬਹੁਤ ਵੱਡਾ ਸਾਇੰਸਦਾਨ। ਜਦੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਅਸੀਂ ਨਤਮਸਤਕ ਹੋਣ ਲਈ ਜਾਂਦੇ ਹਾਂ, ਦਰਸ਼ਨੀ ਡਿਊਟੀ ਟੱਪਦਿਆਂ ਸਾਰੀ ਤਕਰੀਬਨ 10-15 ਮੀਟਰ ਟੱਪ ਕੇ ਖੱਬੇ ਹੱਥ ਤੁਹਾਨੂੰ ਇੱਕ ਵੇਖਿਓ, ਜਿਨ੍ਹਾਂ ਨੇ ਵੇਖੀ ਹੋਈ ਤਾਂ ਕੋਸ਼ਿਸ਼ ਕਰਿਓ ਦੁਬਾਰਾ ਵੇਖਿਓ, ਇੱਕ ਘੜੀ ਹੈ ਮੈਟਲ ਦੀ, ਇੱਕ ਧਾਤ ਦੀ ਬਣੀ ਹੋਈ। ਖੱਬੇ ਹੱਥ ਇੱਕ ਪਿੱਲਰ ਹੈ ਛੋਟਾ ਜਿਹਾ, ਪਿੱਲਰ ਦੇ ਨਾਲ ਇੱਕ ਤ੍ਰਿਕੋਣ ਬਣੀ ਹੋਈ ਆ, ਉਹਦੇ ਵਿੱਚ ਅੱਖਰ ਵਾਏ ਹੋਏ ਨੇ। ਉਹ ਉਸ ਸਮੇਂ ਘੜੀ ਇਜਾਦ ਕੀਤੀ ਸੀ ਸਰਦਾਰ ਲਹਿਣਾ ਸਿੰਘ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ। ਇੰਨਾ ਲਿਟਰੇਸੀ ਰੇਟ ਉਦੋਂ ਹਾਈ ਸੀ, ਇੰਨੀ ਐਜੂਕੇਸ਼ਨ ਦਾ ਸਟੈਂਡਰਡ ਉਦੋਂ ਹਾਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਅੰਗਰੇਜ਼ ਗੋਰਾ ਆ ਚੁੱਕਿਆ ਸੀ। ਅੰਗਰੇਜ਼ ਗੋਰਿਆਂ ਨੇ ਆ ਕੇ ਕੀ ਕੀਤਾ, ਹੌਲੀ ਹੌਲੀ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਐਜੂਕੇਸ਼ਨ ਦੇ ਉੱਪਰ ਕਬਜ਼ਾ ਕਰਨ ਦੀ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਪੁੱਛਿਆ, ਆ ਕੇ ਆਖਿਆ ਕਿ ਅਸੀਂ ਇੱਥੇ ਅੰਗਰੇਜ਼ੀ ਸਿਖਾਉਣ ਵਾਸਤੇ ਸਕੂਲ ਖੋਲ੍ਹਣਾ ਚਾਹੁੰਦੇ ਹਾਂ। ਪਰ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਚੰਗੀ ਗੱਲ ਹੈ, ਹਰ ਬੋਲੀ ਸਿੱਖਣੀ ਚਾਹੀਦੀ ਹੈ, ਵਧੀਆ ਗੱਲ ਹੈ, ਅੰਗਰੇਜ਼ੀ ਸਿਖਾਉਣ ਵਾਸਤੇ ਸਕੂਲ ਖੋਲ੍ਹੋ। ਅਗਲੀ ਸ਼ਰਤ ਉਹਨਾਂ ਦੀ ਇਹ ਸੀ ਕਿ ਅਸੀਂ ਇਸ ਸਕੂਲ ਦੇ ਵਿੱਚ ਬਾਈਬਲ ਪੜ੍ਹਾਉਣੀ ਹੈ। ਤੁਸੀਂ ਇੱਕ ਗੱਲ ਦੇਖੋ, ਮਹਾਰਾਜਾ ਰਣਜੀਤ ਸਿੰਘ ਇੰਨਾ ਚੇਤੰਨ ਦਿਮਾਗ ਸੀ, ਇੰਨਾ ਰੋਸ਼ਨ ਦਿਮਾਗ ਸੀ, ਇੰਨਾ ਦੂਰ ਅੰਦੇਸ਼ੀ ਸੀ। ਉਹਨੇ ਉਦੋਂ ਭਾਂਪ ਲਿਆ ਸੀ, ਕਹਿੰਦਾ ਜੇ ਸਕੂਲਾਂ ਦੇ ਵਿੱਚ ਤੁਸੀਂ ਬਾਈਬਲ ਪੜ੍ਹਾਓਗੇ, ਆਪਣੇ ਸਾਡੇ ਸਿੱਖਾਂ ਦੇ ਬੱਚੇ ਨੂੰ ਬਾਈਬਲ ਪੜ੍ਹਾਓਗੇ
ਤਾਂ ਇਹ ਬੱਚੇ ਸਿੱਖੀ ਦੇ ਵਿੱਚ ਪਰਪੱਕ ਨਹੀਂ ਹੋਣਗੇ, ਹੌਲੀ ਹੌਲੀ ਸਿੱਖੀ ਨੂੰ ਇਹ ਛੱਡਦੇ ਚਲੇ ਜਾਣਗੇ। ਇਹੀ ਗੱਲ ਕੰਵਰ ਦਲੀਪ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਹਦੇ ਬੱਚੇ ਦੇ ਉੱਪਰ ਲਾਗੂ ਹੋਈ। ਜਦੋਂ ਉਸ ਨੂੰ ਇੰਗਲੈਂਡ ਲੈ ਗਏ ਤਾਂ ਉਸ ਨੂੰ ਹੌਲੀ ਹੌਲੀ ਬਾਈਬਲ ਪੜ੍ਹਾਉਣੀ ਸ਼ੁਰੂ ਕੀਤੀ। ਲੇਡੀ ਲੋਗਨ ਨੂੰ ਪੁੱਛਿਆ ਸੀ ਐਲਿਜ਼ਾਬੈਥ ਨੇ ਕਿ ਮਹਾਰਾਜਾ ਦਲੀਪ ਸਿੰਘ ਜਿਹੜਾ ਕੰਵਰ ਦਲੀਪ ਸਿੰਘ ਹੈ ਉਹ ਕਿੱਦਾਂ ਕ੍ਰਿਸਚਨ ਬਣ ਚੁੱਕਿਆ। ਉਹ ਕਹਿੰਦੇ ਥੋੜਾ ਥੋੜਾ ਬਣ ਚੁੱਕਿਆ, ਬਾਕੀ ਅਸੀਂ ਬਣਾ ਲਵਾਂਗੇ। ਬਾਈਬਲ ਪੜ੍ਹ ਰਿਹਾ, ਉਹ ਅੰਗਰੇਜ਼ੀ ਪੜ੍ਹ ਰਿਹਾ, ਉਹ ਆਪਣੀ ਭਾਸ਼ਾ। ਉਹਨੇ 2-3 ਗੱਲਾਂ ਪੁੱਛੀਆਂ, ਕਹਿੰਦੇ ਸਾਰਾ ਕੁਝ ਕਰ ਚੁੱਕਿਆ। ਕਹਿੰਦੇ ਹੋਰ ਕੋਈ ਖਤਰੇ ਦੀ ਗੱਲ? ਕਹਿੰਦੇ ਖਤਰੇ ਦੀ ਗੱਲ ਇਹ ਹੈ, ਇੱਕ ਤਾਂ ਉਹ ਸ਼ੇਰਾਂ ਵੱਲ ਬੜਾ ਧਿਆਨ ਰੱਖਦਾ, ਸ਼ੇਰਾਂ ਦੀਆਂ ਫੋਟੋਆਂ ਉਹਨਾਂ ਦੀਆਂ ਦੇਖਦਾ। ਦੂਜਾ ਬਾਜ਼ਾਂ ਦਾ ਜ਼ਿਕਰ ਕਰਦਾ, ਬਾਜ਼ ਆਜ਼ਾਦ ਸਲਤਨਤ ਦੀ ਨਿਸ਼ਾਨੀ ਹੈ। ਤੀਜਾ ਉਹ ਆਪਣੀ ਬੋਲੀ ਨਹੀਂ ਭੁੱਲ ਰਿਹਾ, ਉਹਨੂੰ ਕਿਤੇ ਨਾ ਕਿਤੇ ਆਪਣੀ ਬੋਲੀ ਯਾਦ ਹੈ। ਤਾਂ ਇਹ ਗੱਲ ਨੂੰ ਐਲਿਜ਼ਾਬੈਥ ਤੇ ਪੂਰੇ ਗੋਰਿਆਂ ਨੂੰ ਚਿੰਤਾ ਵਿੱਚ ਪੈ ਗਏ ਸੀ ਕਿ ਜਿਹੜਾ ਆਪਣੀ ਬੋਲੀ ਨਹੀਂ ਭੁੱਲ ਰਿਹਾ, ਆਜ਼ਾਦ ਸਲਤਨਤ ਦੇ ਪ੍ਰਤੀਕ ਬਾਜ਼ਾਂ ਦੀ ਗੱਲ ਕਰ ਰਿਹਾ, ਕਿਤੇ ਨਾ ਕਿਤੇ ਇਹਦੇ ਵਿੱਚ ਆਪਣੇ ਰਾਜ ਪ੍ਰਤੀ, ਆਪਣੀ ਕੌਮ ਪ੍ਰਤੀ, ਆਪਣੀ ਬੋਲੀ ਪ੍ਰਤੀ, ਆਪਣੀ ਐਜੂਕੇਸ਼ਨ ਪ੍ਰਤੀ ਇਹ ਸੀਰੀਅਸ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੁੰਦੇ ਹੋਏ ਰਾਜ ਦੇ ਵਿੱਚ ਕੋਈ ਕਨਵੈਂਟ, ਕੋਈ ਅੰਗਰੇਜ਼ਾਂ ਦਾ ਸਕੂਲ ਨਹੀਂ ਸੀ ਖੁੱਲ੍ਹਣ ਦਿੱਤਾ, ਕਿਉਂਕਿ ਤੁਸੀਂ ਬਾਈਬਲ ਪੜ੍ਹਾ ਕੇ ਸਿੱਖਾਂ ਦੇ ਬੱਚਿਆਂ ਨੂੰ ਕ੍ਰਿਸਚਨ ਬਣਾਓਗੇ। 1839 ਦੇ ਵਿੱਚ ਸ਼ੇਰੇ ਪੰਜਾਬ ਅੱਜ ਦੇ ਦਿਨ ਅੱਖਾਂ ਮੀਟ ਜਾਂਦੇ ਨੇ। ਸਿੱਖ ਰਾਜ ਦਾ ਹੌਲੀ ਹੌਲੀ 5-4 ਸਾਲ, ਕਿਉਂਕਿ ਬੁਰਸ਼ਾ ਗਰਦੀ ਸ਼ੁਰੂ ਹੋ ਗਈ ਸੀ, ਖਾਤਮਾ ਹੋ ਜਾਂਦਾ ਹੈ। ਵੈਸੇ 1811 ਦੇ ਵਿੱਚ ਵਿਲੀਅਮ ਕੈਰੀ ਨੇ ਬਾਈਬਲ ਦਾ ਪੰਜਾਬੀ ਦੇ ਵਿੱਚ ਅਨੁਵਾਦ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੀਆਂ ਚਾਲਾਂ ਹੌਲੀ ਹੌਲੀ ਸ਼ੁਰੂ ਹੋ ਗਈਆਂ ਸੀ। ਪਹਿਲੀ ਵਾਰੀ ਉਹਨਾਂ ਨੇ ਇੱਕ ਲੁਧਿਆਣੇ ਦੇ ਵਿੱਚ ਇੱਕ ਚਰਚ ਦੇ ਵਿੱਚ ਕਨਵੈਂਟ ਸਕੂਲ ਤੇ ਨਹੀਂ ਖੋਲਿਆ, ਉੱਥੇ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ ਸੀ ਬਾਈਬਲ ਦੀ। ਫਿਰ ਪਹਿਲਾ ਕਨਵੈਂਟ ਸਕੂਲ 1836 ਦੇ ਵਿੱਚ ਲੁਧਿਆਣੇ ਦੇ ਵਿੱਚ ਖੁੱਲਿਆ। ਮੈਕਾਲਿਆ ਨੇ ਖੋਲਿਆ ਸੀ, ਗੋਰਾ ਸੀ ਮੈਕਾਲਿਆ। ਉਸ ਤੋਂ ਬਾਅਦ ਉਹਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ। ਉਸ ਤੋਂ ਬਾਅਦ 1843 ਦੇ ਵਿੱਚ ਸ਼ਿਮਲੇ ਦੇ ਵਿੱਚ ਪਹਿਲਾ ਕਨਵੈਂਟ ਸਕੂਲ ਖੁੱਲ ਚੁੱਕਿਆ ਸੀ। 1848 ਦੇ ਵਿੱਚ ਜਲੰਧਰ ਦੇ ਵਿੱਚ ਦੂਸਰਾ ਕਨਵੈਂਟ ਈਸਾਈ ਮਿਸ਼ਨਰੀ ਸਕੂਲ ਖੁੱਲ ਚੁੱਕਿਆ ਸੀ। 1853 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਈਸਾਈ ਮਿਸ਼ਨਰੀ ਸਕੂਲ ਖੁੱਲਿਆ ਤੇ 1858 ਦੇ ਵਿੱਚ ਅੰਬਾਲੇ ਦੇ ਵਿੱਚ ਈਸਾਈ ਮਿਸ਼ਨਰੀ ਸਕੂਲ ਖੁੱਲਿਆ। ਅੱਜ ਅਸੀਂ ਪੰਜਾਬ ਦੇ ਵਿੱਚ ਮਿਸ਼ਨਰੀ ਸਕੂਲਾਂ ਦੀ ਗਿਣਤੀ ਕਰਕੇ ਵੇਖ ਲਓ, ਬਹੁਤ ਸਾਰੇ ਵੀਰ ਭੁਪਿੰਦਰ ਸਿੰਘ ਹੋਰੀ ਬੈਠੇ ਨੇ। ਹੋਰ ਇਹਨਾਂ ਦੇ ਇਲਾਕੇ ਤੋਂ ਗੁਰਦਾਸਪੁਰ ਦੇ ਵਿੱਚ ਮੇਰੇ ਖਿਆਲ ਹੈ ਕਿ ਬਹੁਤ ਤਾਤ ਦੇ ਵਿੱਚ ਕਹਿਣਾ ਪੈ ਰਿਹਾ ਕਿ ਸਾਡੇ ਪੰਜਾਬੀ ਬੱਚੇ, ਸਿੱਖਾਂ ਦੇ ਬੱਚੇ ਇਹਨਾਂ ਸਕੂਲਾਂ ਦੇ ਵਿੱਚੋਂ, ਇਹਨਾਂ ਦੀ ਮਿਸ਼ਨਰੀ ਦੇ ਵਿੱਚੋਂ ਸਿੱਖਿਆ ਗ੍ਰਹਿਣ ਕਰ ਕਰਕੇ ਈਸਾਈ ਬਣ ਰਹੇ ਨੇ। ਆਪਣਾ ਇੰਨਾ ਅਮੀਰ ਵਡਮੁੱਲਾ ਵਿਰਸਾ ਤਿਆਗ ਕੇ ਈਸਾਈ ਬਣ ਰਹੇ ਨੇ। ਹੌਲੀ ਹੌਲੀ ਪੈਰ ਪਸਾਰਦੇ ਅੱਜ ਅਸੀਂ ਜਿੱਥੇ ਅਸੀਂ ਪੁਰਾਤਨਤਾ ਦੀ ਗੱਲ ਕਰਨੀ ਆ, ਉੱਥੇ ਅਸੀਂ ਆਧੁਨਿਕਵਾਦ ਦੀ ਵੀ ਗੱਲ ਕਰਨੀ ਹੈ। ਅਸੀਂ ਅੱਜ ਆਪਣੇ ਸਕੂਲ ਭੁੱਲ ਚੁੱਕੇ ਹਾਂ। ਅੱਜ ਅਸੀਂ ਗੁਰਮਤਿ ਦੀ ਰਹਿਣੀ ਬਹਿਣੀ ਭੁੱਲ ਚੁੱਕੇ ਹਾਂ। ਅੱਜ ਅਸੀਂ ਕਨਵੈਂਟ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਆਪਣੇ ਬੱਚਿਆਂ ਨੂੰ ਆਪਣਾ ਬੜਾ ਸ਼ਾਨ ਸਮਝਦੇ ਹਾਂ, ਬੜੇ ਫਖਰ ਨਾਲ ਦੱਸਦੇ ਹਾਂ ਕਿ ਮੇਰਾ ਬੱਚਾ ਫਲਾਣੇ ਕਨਵੈਂਟ ਸਕੂਲ 'ਚ ਪੜ੍ਹਦਾ ਹੈ। ਨੋ ਡਾਊਟ ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਬਾਹਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ। ਬੋਲੀਆਂ ਸਿੱਖਣੀਆਂ ਜ਼ਰੂਰੀ ਨੇ। ਬੋਲੀਆਂ ਜਿੰਨੇ ਵੀ ਤਾਲੀਮ ਯਾਫਤਾ ਹੋਵੋ, ਸਿੱਖੋ, ਤੁਹਾਨੂੰ ਮੁਬਾਰਕਬਾਦ ਹੈ। ਵੱਧ ਤੋਂ ਵੱਧ ਬੋਲੀਆਂ ਸਿੱਖੋ, ਪਰ ਆਪਣੀ ਬੋਲੀ ਨੂੰ, ਆਪਣੀ ਮਾਂ ਬੋਲੀ ਨੂੰ ਤਲਾਂਜਲੀ ਦੇ ਕੇ, ਆਪਣੀ ਮਾਂ ਆਪਣੀ ਹੁੰਦੀ ਹੈ, ਮਾਸੀਆਂ ਹੁੰਦੀਆਂ ਨੇ, ਦੂਜੀਆਂ ਮਾਵਾਂ ਵੀ ਹੁੰਦੀਆਂ ਨੇ ਕਿਸੇ ਦੀਆਂ, ਉਹ ਵੀ ਸਤਿਕਾਰਯੋਗ ਨੇ, ਪਰ ਤੁਸੀਂ ਆਪਣੀ ਬੋਲੀ ਨੂੰ ਤਲਾਂਜਲੀ ਦੇ ਰਹੇ ਹੋ। ਘਰਾਂ ਦੇ ਵਿੱਚੋਂ, ਆਪਣੇ ਵਪਾਰਕ ਅਦਾਰਿਆਂ ਦੇ ਵਿੱਚੋਂ, ਆਪਣੇ ਦਫ਼ਤਰਾਂ ਦੇ ਵਿੱਚੋਂ, ਆਪਣੇ ਬਿਜ਼ਨਸ ਦੇ ਵਿੱਚੋਂ, ਆਪਣੇ ਆਲੇ ਦੁਆਲੇ ਦੇ ਵਿੱਚੋਂ ਤਲਾਂਜਲੀ ਦੇ ਰਹੇ ਹੋ। ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੈ। ਅੰਗਰੇਜ਼ੀ ਜੇ ਸਿੱਖ ਲਈ, it does not meant for you are intelligent। ਇੰਗਲਿਸ਼ ਸਿੱਖਣੀ ਇੱਕ ਤਾਲੀਮ ਦੇ ਵਿੱਚ, ਇੱਕ ਲੈਂਗੁਏਜ ਦੇ ਵਿੱਚ ਪਰਫੈਕਟ ਹੋਣਾ ਅਲੱਗ ਗੱਲ ਹੈ। ਬ੍ਰਿਲੀਅੰਟ ਹੋਣਾ, ਇੰਟੈਲੀਜੈਂਟ ਹੋਣਾ, ਦੈਟ ਇਜ਼ ਡਿਫਰੈਂਟ ਐਸਪੈਕਟ। ਇਹਦੇ ਨਾਲ ਕੋਈ ਨਹੀਂ ਮਿਲਦਾ। ਇਹ ਨਹੀਂ ਗੱਲ ਕਿ ਮੈਂ ਅੰਗਰੇਜ਼ੀ ਬੋਲਦਾ, ਤੁਸੀਂ ਮੈਨੂੰ ਆਖੋ ਵੀ ਅੰਗਰੇਜ਼ੀ। ਤੁਸੀਂ ਗੱਲ ਨੂੰ ਸਮਝਾਉਣ ਵਾਸਤੇ, ਦੱਸਣ ਵਾਸਤੇ ਕਹਿ ਰਹੇ ਹੋ, ਪਰ ਆਪਣੀ ਮਾਂ ਨੂੰ ਛੱਡ ਕੇ ਦੂਜੀ ਬੋਲੀ ਨਾਲ ਸਮਝੌਤਾ ਨਹੀਂ। ਬੋਲੀਆਂ ਸਾਰੀਆਂ ਚੰਗੀਆਂ। ਸੰਸਕ੍ਰਿਤ ਸਿੱਖੋ, ਹਿੰਦੀ ਸਿੱਖੋ, ਪੰਜਾਬੀ ਹੈ, ਫਾਰਸੀ ਹੈ, ਉਰਦੂ ਹੈ, ਇੰਗਲਿਸ਼ ਹੈ। ਅਕਸਰ ਅਸੀਂ ਸੋਚ ਲੈਂਦੇ ਜਿਹਨੂੰ ਇੰਗਲਿਸ਼ ਆਉਂਦੀ ਹੈ ਕਿ ਉਹ ਇੰਟੈਲੀਜੈਂਟ ਹੈ। ਬਹੁਤ ਸਾਰੀਆਂ ਖੋਜਾਂ ਪੰਜਾਬੀ ਦੇ ਵਿੱਚ ਨੇ। ਕਿੱਥੇ ਏਦਾਂ ਦੇ ਕਵੀ ਸਾਡੇ ਪੰਜਾਬੀ ਵਰਗੇ ਲੱਭ ਲਾਂਗੇ ਅਸੀਂ? ਬਾਬਾ ਫਰੀਦ ਜਿਹਨੇ ਪੰਜਾਬੀ ਨੂੰ ਇੰਨਾ ਮਾਣ ਮੱਤਾ ਸਨਮਾਨ ਦਿੱਤਾ, ਸਾਡੇ ਕੋਲ ਕਿੱਥੋਂ ਆ ਜਾਣਗੇ? ਸੋ ਮੈਂ ਗੱਲ ਦੇ ਨਾਲ ਅੱਗੇ ਗੱਲ ਦੀ ਲੜੀ ਨੂੰ ਜਾਰੀ ਰੱਖਾਂ।
ਹੌਲੀ ਹੌਲੀ ਉਸ ਤੋਂ ਬਾਅਦ ਬਹੁਤ ਸਾਰੀਆਂ ਲਹਿਰਾਂ ਆਈਆਂ। ਦੋ ਸੂਰਮੇ ਉੱਠੇ ਜਿਨ੍ਹਾਂ ਨੇ ਵਿੱਦਿਆ ਦਾ ਮਿਆਰ ਜਿਹੜਾ ਡਿੱਗਦਾ ਜਾ ਰਿਹਾ ਸੀ ਉਹ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਪ੍ਰੋਫੈਸਰ ਸੀ ਤੇ ਗਿਆਨੀ ਦਿੱਤ ਸਿੰਘ ਜਿਹੜੇ ਕਿ ਮੇਰੇ ਇਲਾਕੇ ਦੇ ਫਤਿਹਗੜ੍ਹ ਸਾਹਿਬ ਅਨੰਦਪੁਰ ਕਲੋੜ ਜਿਨ੍ਹਾਂ ਦਾ ਜਨਮ ਹੋਇਆ, ਸਿੰਘ ਸਭਾ ਲਹਿਰ ਸ਼ੁਰੂ ਕੀਤੀ। ਉਸ ਤੋਂ ਬਾਅਦ ਚੀਫ ਖਾਲਸਾ ਦੀਵਾਨ ਵੀ ਹੋਂਦ ਵਿੱਚ ਆਇਆ, ਖਾਲਸਾ ਕਾਲਜ ਹੋਂਦ ਵਿੱਚ ਆਇਆ, ਖਾਲਸਾ ਅਖਬਾਰ ਹੋਂਦ ਵਿੱਚ ਆਈ। ਗਿਆਨੀ ਦਿੱਤ ਸਿੰਘ ਜੀ ਨੂੰ ਪੰਜਾਬੀ ਪੱਤਰਕਾਰੀ ਦੇ ਪਹਿਲੇ ਪਿਤਾਮਾ ਹੋਣ ਦਾ ਮਾਣ ਹਾਸਲ ਹੈ। ਉਹਨਾਂ ਨੇ ਬਹੁਤ ਸਾਰੀਆਂ ਖਾਲਸਾ ਅਖਬਾਰ ਚਲਾਈ, ਉਹਨਾਂ ਨੇ ਸਿੰਘ ਸਭਾ ਲਹਿਰ ਦੇ ਰਾਹੀਂ ਇੱਕ ਜਾਗਰੂਕਤਾ ਲਿਆਂਦੀ। ਪਰ ਮੈਨੂੰ ਲੱਗਦਾ ਅੱਜ ਦੁਬਾਰਾ ਦੂਜੀ ਸਿੰਘ ਸਭਾ ਲਹਿਰ ਸ਼ੁਰੂ ਹੋਣ ਦਾ ਸਮਾਂ ਆ ਚੁੱਕਿਆ। ਉਹਨਾਂ ਨੇ ਕਿਹਾ ਵੀ ਐਸੀ ਰੈਵੋਲੂਸ਼ਨ ਲੈ ਕੇ ਆਂਦੀ ਜੋ ਕਿ ਸਿੱਖੀ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ। ਸੋ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਬਦਲਣਾ ਬੜਾ ਜ਼ਰੂਰੀ ਸੀ, ਸਾਨੂੰ ਡਿਵੈਲਪਮੈਂਟ ਚਾਹੀਦੀ ਸੀ, ਇਹ ਆਉਣੀ ਚਾਹੀਦੀ ਸੀ। ਸਾਊਥ ਦੇ ਵਿੱਚ ਤੁਸੀਂ ਚਲ ਜਾਓ, ਸਾਊਥ ਦੇ ਵਿੱਚ ਲੋਕੀ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ, ਪਰ ਅਸੀਂ ਹੀ ਆਪਣੀ ਮਾਂ ਬੋਲੀ ਤੋਂ ਮੁਖੜਾ ਮੋੜਦੇ ਜਾਂਦੇ ਪਏ ਹਾਂ। ਕਿਉਂਕਿ ਹਲੀਮੀ ਰਾਜ ਦੀਆਂ ਗੱਲਾਂ ਹੁੰਦੀਆਂ, ਹਲੀਮੀ ਰਾਜ ਤਾਂ ਹੀ ਹੁੰਦਾ, ਕਿਰਾਏ ਦਾ ਮਕਾਨ ਕਿਰਾਏ ਦਾ ਹੁੰਦਾ, ਆਪਣਾ ਮਕਾਨ ਆਪਣਾ ਹੀ ਹੁੰਦਾ, ਸਭ ਸੁਖਾਲੀ ਬੂਠੀਆਂ ਇਹੋ ਹੋਆ ਹਲੀਮੀ ਰਾਜ ਜੀਓ। ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ, ਬਾਬਾ ਬੰਦਾ ਸਿੰਘ ਬਹਾਦਰ ਦੇ ਅਸੀਂ ਦੇਣ ਨਹੀਂ ਦੇ ਸਕਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਸਿੱਕਾ ਜਾਰੀ ਕੀਤਾ, ਆਪਣੀ ਮੋਹਰ ਜਾਰੀ ਕੀਤੀ। ਤੇ ਸਭ ਤੋਂ ਵੱਡੀ ਗੱਲ, ਰੈਵਨਿਊ ਡਿਪਾਰਟਮੈਂਟ ਦੇ ਵਿੱਚ ਹਰੇਕ ਸਰਕਾਰ ਦੇ ਕੋਲ ਇੱਕ ਮਾਲ ਮਹਿਕਮਾ ਹੁੰਦਾ। ਰੈਵਨਿਊ ਡਿਪਾਰਟਮੈਂਟ ਵਿੱਚ ਸਭ ਤੋਂ ਵੱਡਾ ਅੱਜ ਤੱਕ ਦਾ ਜੇ ਲੈਂਡ ਰਿਫਾਰਮਰ ਹੈ ਤਾਂ ਬਾਬਾ ਬੰਦਾ ਸਿੰਘ ਬਹਾਦਰ, ਜੋ ਕਿ ਸਿੱਖ ਕੌਮ ਦਾ ਪਹਿਲਾ ਜਰਨੈਲ ਹੋਇਆ, ਜਿਹਨੇ ਪਹਿਲਾ ਸਿੱਖ ਰਾਜ, ਆਜ਼ਾਦ ਸਿੱਖ ਰਾਜ ਦੀ ਨੀਂਹ ਰੱਖੀ ਤੇ ਚਲਾ ਕੇ ਵਿਖਾਇਆ। ਦੂਜਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਚਲਾਇਆ। ਲੈਂਡ ਰਿਫਾਰਮ, ਮੁਜ਼ਾਹਰਿਆਂ ਨੂੰ ਉਹਨਾਂ ਦੇ ਜ਼ਮੀਨੀ ਹੱਕ ਦੇਣੇ, ਜ਼ਮੀਨੀ ਸੁਧਾਰ ਕਰਨੇ, ਇਹ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੇ ਸੀ। ਅਕਸਰ ਅਸੀਂ ਵੇਖ ਲੈਂਦੇ ਹਾਂ ਕਿ ਭਗਤ ਸਿੰਘ ਦੇ ਹੱਥ ਵਿੱਚ ਪਿਸਤੌਲ ਹੈ। ਸਾਡੀ ਨੌਜਵਾਨ ਪੀੜ੍ਹੀ ਇਸ ਗੱਲ ਤੋਂ ਬੜੀ ਖੁਸ਼ ਹੈ ਕਿ ਭਗਤ ਸਿੰਘ, ਅਕਸਰ ਟੀ-ਸ਼ਰਟਾਂ ਤੇ ਲਿਖਿਆ ਮਿਲਦਾ ਕਿ ਖੰਘੇ ਸੀ ਤਾਂ ਟੰਗੇ ਸੀ, ਨਾਲ ਭਗਤ ਸਿੰਘ ਦੀ ਫੋਟੋ ਹੁੰਦੀ ਹੈ। ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਭਗਤ ਸਿੰਘ ਨੇ ਸਾਰੀ ਉਮਰ ਪਿਸਤੌਲਾਂ ਨਹੀਂ ਚੁੱਕੀਆਂ, ਉਹਨੇ ਕਿਤਾਬਾਂ ਪੜ੍ਹੀਆਂ। ਭਾਵੇਂ ਉਹ ਲੈਨਿਨ ਪੜ੍ਹਦਾ ਸੀ ਜਾਂ ਕੋਈ ਵੀ, ਸਰਦਾਰ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਵਾਲੇ ਜਦੋਂ ਮਿਲ ਕੇ ਆਏ ਨੇ ਤਾਂ ਭਗਤ ਸਿੰਘ ਦੀ ਸੋਚ ਬਦਲ ਚੁੱਕੀ ਸੀ। ਜੇਲ੍ਹ ਦੇ ਵਿੱਚ ਤੁਸੀਂ ਅਕਸਰ ਫੋਟੋ ਦੇਖੀ ਹੋਏਗੀ, CID ਇੰਸਪੈਕਟਰ ਗੋਪਾਲ ਸਿੰਘ ਜਦੋਂ ਮਿਲਦੇ ਨੇ ਤਾਂ ਭਗਤ ਸਿੰਘ ਬਹੁਤ ਸਾਰੀਆਂ ਕਿਤਾਬਾਂ ਪੜ੍ਹਦਾ ਹੁੰਦਾ ਸੀ। ਮੈਂ ਇੱਕ ਗੱਲ ਕਹਿ ਕੇ ਅੱਗੇ ਤੁਰਾਂ, ਅਖੀਰਲਾ ਸਮਾਂ ਜਿਸ ਦਿਨ ਭਗਤ ਸਿੰਘ ਨੇ ਫਾਂਸੀ ਲੱਗਣਾ ਸੀ, ਉਸ ਦਿਨ ਉਹ ਲੈਨਿਨ ਦੀ ਕਿਤਾਬ ਪੜ੍ਹ ਰਿਹਾ ਸੀ ਤਾਂ ਉਸਦਾ ਸਫਾ ਉਹਨੂੰ ਫੋਲਡ ਕਰਕੇ ਤੁਰ ਪਿਆ ਫਾਂਸੀ ਲੱਗਣ ਵਾਸਤੇ। ਤੇ ਤੁਹਾਨੂੰ ਕੀ ਲੱਗਦਾ, ਜੇਲਰ ਨੇ ਪੁੱਛਿਆ ਨਹੀਂ ਹੋਏਗਾ, ਭਗਤ ਸਿੰਘ ਤੂੰ ਤੇ ਫਾਂਸੀ ਲੱਗਣ ਜਾ ਰਹੇ ਆ, ਇਹ ਕਾਹਦੇ ਵਾਸਤੇ? ਸਫਾ ਅਸੀਂ ਉਦੋਂ ਫੋਲਡ ਕਰਦੇ ਆ, ਉਦੋਂ ਮੋੜ ਕੇ ਜਾਂਦੇ ਆ ਜਦੋਂ ਕਿਤਾਬ ਮੁੜ ਕੇ ਆ ਕੇ ਪੜ੍ਹਨੀ ਹੁੰਦੀ ਆ। ਬਾਕੀ ਇਹਦਾ ਮਤਲਬ ਸੀ ਕਿ ਮੈਂ ਜਿੱਥੋਂ ਤੱਕ ਚੱਲਿਆ, ਜਿੱਥੋਂ ਤੱਕ ਮੈਂ ਪੜ੍ਹਿਆ, ਉਸ ਤੋਂ ਬਾਅਦ ਮੇਰੀ ਆਉਣ ਵਾਲੀ ਪੀੜ੍ਹੀ, ਮੇਰੀ ਆਉਣ ਵਾਲੀ ਨੌਜਵਾਨੀ, ਮੇਰੀ ਆਉਣ ਵਾਲੀ ਉਮਤ ਇਹ ਕਿਤਾਬ ਨੂੰ ਅੱਗਿਓਂ ਪੜ੍ਹੇਗੀ। ਕਿਤਾਬ ਦੇ ਕੇ ਗਿਆ ਸੀ, ਨਾ ਕਿ ਸਾਨੂੰ ਇਹ ਬੰਦੂਕਾਂ ਰਫਲਾ ਦੇ ਕੇ ਗਿਆ ਸੀ ਜੋ ਅਸੀਂ ਮੁੱਛਾਂ ਨੂੰ ਵੱਟੇ ਦੇ ਕੇ ਖੰਘੀਆਂ ਤੇ ਟੰਗੀਆਂ। ਇਹ ਅਸੀਂ ਪਤਾ ਨਹੀਂ ਕਿਹੜੇ ਪਾਸੇ ਤੁਰ ਚੁੱਕੇ ਹਾਂ। ਅੱਜ ਕਿਤਾਬ ਦੇ ਕੇ ਗਿਆ ਸੀ। ਅਸੀਂ ਕਦੀ ਕਰਤਾਰ ਸਿੰਘ 18 ਵਰਿਆਂ ਦਾ, ਜਿਹਨੂੰ ਹਜੇ ਦਾੜੀ ਵੀ ਨਹੀਂ ਆਈ ਹੈਗੀ, ਕਦੀ ਉਹਦੀ ਫੋਟੋ ਵੇਖਿਓ, ਐਦਾਂ ਉਹਨੇ ਛਾਤੀ ਦੇ ਨਾਲ ਕਿਤਾਬ ਲਾ ਕੇ ਫੋਟੋ ਲਾਈ ਹੋਈ ਹੈ। ਉਸ ਸਮੇਂ ਦੇ ਵਿੱਚ ਲਿਟਰੇਸੀ ਰੇਟ ਦੱਸੋ ਸਾਡੇ ਸਿੱਖਾਂ ਦਾ ਕਿੰਨਾ ਸੀ? ਬਰਕਲੇ ਯੂਨੀਵਰਸਿਟੀ ਵਿੱਚ ਪੜ੍ਹਨ ਗਿਆ ਸੀ ਉਹ, ਪੜ੍ਹਾਈ ਕਰਨ ਇੰਜੀਨੀਅਰਿੰਗ ਦੀ। 4 ਯੂਨੀਵਰਸਿਟੀਆਂ ਟੌਪ ਦੀਆਂ ਮੰਨੀਆਂ ਗਈਆਂ ਸੀ, ਆਕਸਫੋਰਡ ਯੂਨੀਵਰਸਿਟੀ, ਬਰਕਲੇ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ। ਉਸ ਸਮੇਂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਪੜ੍ਹਨ ਗਿਆ ਤੇ ਕਿਤਾਬਾਂ ਦੇ ਨਾਲ ਹੀ ਉਹਦਾ ਮੋਹ ਸੀ, ਕਿਤਾਬਾਂ ਦੇ ਨਾਲ ਉਹਦਾ ਪਿਆਰ ਸੀ। ਅਸੀਂ ਅੱਜ ਕੱਲ੍ਹ ਕਿਤਾਬਾਂ ਘਰੋਂ ਕੱਢ ਦਿੱਤੀਆਂ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਜਿੰਨੇ ਵੀ ਕੈਂਪਰ ਤੁਸੀਂ ਇਸ ਕੈਂਪ ਦਾ ਸੁਣ ਰਹੇ ਹੋ, ਕਿਰਪਾ ਕਰੋ ਆਪਣੇ ਘਰਾਂ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਉਣੀ ਸ਼ੁਰੂ ਕਰ ਦਿਓ। ਅਸੀਂ ਅਕਸਰ ਬੜੇ, ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਐਦਾਂ ਦੇ ਪਲੇਟਫਾਰਮ ਦੇ ਉੱਪਰ ਹੀ ਕਿਹਾ ਜਾਂਦਾ, ਸਰਦਾਰ ਸਾਹਿਬ ਕੋਠੀ ਬਣਾਉਂਦੇ ਨੇ ਜੀ, ਮੈਂ ਕੋਠੀ ਤੇ 4 ਕਰੋੜ ਲਾਤਾ, ਮੈਂ 3 ਕਰੋੜ ਲਾਤਾ ਜੀ, ਸਾਰੀ ਕੋਠੀ ਵਿਖਾਣਗੇ ਜੀ, ਆ ਮੇਰਾ ਡਰਾਇੰਗ ਰੂਮ, ਆ ਬੱਚਿਆਂ ਦੇ ਬੈਡਰੂਮ, ਸਾਡਾ ਲੋਬੀ ਆ, ਸਾਰਾ ਵਿਖਾਉਂਦੇ ਇੱਕ ਕਮਰੇ ਵਿੱਚ ਜਾਣਗੇ ਜੀ, ਇੱਕ ਪਾਸੇ ਦਾ ਵਿਖਾ ਦੇਣਗੇ ਪੂਜਾ ਰੂਮ ਹੈ ਜੀ, ਇਹ ਕਾਹਦੇ ਵਾਸਤੇ ਜੀ? ਪੂਜਾ ਰੂਮ, ਠੀਕ ਹੈ ਜੀ। ਅਗਲੇ ਪਾਸੇ ਜਾਣਗੇ ਜੀ, ਇਹ ਮੇਰੀ ਬੀਅਰ ਬਾਰ ਹੈ ਜੀ। ਉਹ ਲੱਖ ਲਾਹਣ ਤੇ ਯਾਰ ਤੁਹਾਡੇ, ਇਹ ਬੀਅਰ ਬਾਰ ਹੈ। ਸਿੱਖਾਂ ਦੇ ਘਰਾਂ ਦੇ ਵਿੱਚ ਬੀਅਰ ਬਾਰ ਹੋਵੇ, ਸ਼ਰਮ ਨਹੀਂ ਆਉਣੀ ਚਾਹੀਦੀ? ਅਗਲੇ ਨੂੰ ਪੁੱਛਣਾ ਚਾਹੀਦਾ ਜੀ ਤੁਹਾਡੇ ਘਰ 'ਚ ਕੋਈ ਲਾਇਬ੍ਰੇਰੀ ਹੈਗੀ ਸਰਦਾਰ ਜੀ? ਉਹ ਕੀ ਹੁੰਦੀ ਹੈ ਜੀ? ਉਹ ਤਾਂ ਕਦੀ ਬਣਾਈ ਨਹੀਂ।
ਉਹ ਤਾਂ ਕਦੀ ਸੋਚੀ ਨਹੀਂ। ਉਹ ਤਾਂ ਸਾਨੂੰ ਆਰਕੀਟੈਕਟ ਨੇ ਦੱਸਿਆ ਹੀ ਨਹੀਂ ਹੈਗਾ। ਉਹ ਤਾਂ ਸਾਨੂੰ ਨਾ ਸਾਡਾ ਕੋਈ ਇੰਜੀਨੀਅਰ ਦੱਸ ਕੇ ਗਿਆ ਕਿ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਸਿੱਖਾਂ ਦੇ ਘਰਾਂ ਵਿੱਚ ਬੀਅਰ ਬਾਰ ਨਹੀਂ, ਲਾਇਬ੍ਰੇਰੀਆਂ ਬਣਾਓ। ਇੱਕ ਇੱਕ ਘਰ ਦੇ ਵਿੱਚ, ਭਾਵੇਂ ਛੋਟਾ ਘਰ ਹੈ, ਭਾਵੇਂ ਉੱਥੇ ਇੱਕ ਅਲਮਾਰੀ ਹੋਵੇ, ਇੱਕ ਕਣਸਾਂ ਦੇ ਕਣਸ ਦੇ ਉੱਪਰ ਹੀ ਭਾਵੇਂ ਤੁਹਾਡੇ ਕਿਤਾਬਾਂ ਹੋਣ, ਕਿਤਾਬਾਂ ਜ਼ਰੂਰ ਹੋਣ, ਲਿਟਰੇਚਰ ਜ਼ਰੂਰ ਹੋਣਾ ਚਾਹੀਦਾ। ਤੁਹਾਡੇ ਘਰਾਂ ਵਿੱਚ ਲਾਇਬ੍ਰੇਰੀ ਹੋਵੇ, ਤੁਸੀਂ ਆਪ ਕਿਤਾਬਾਂ ਪੜ੍ਹੋਗੇ, ਤੁਹਾਡੇ ਬੱਚੇ ਕਿਤਾਬਾਂ ਪੜ੍ਹਨਗੇ। ਲਾਇਬ੍ਰੇਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਗਿਆਨੀ ਦਿੱਤ ਸਿੰਘ ਜੀ ਨੇ ਉਸ ਸਮੇਂ ਦੇ ਜੋ ਆਰਿਆ ਸਮਾਜ ਦਾ ਸਭ ਤੋਂ ਵੱਡਾ ਸਮਝਿਆ ਜਾਂਦਾ ਸੀ ਗਿਆਨੀ, ਮਾਫ ਕਰਨਾ, ਦਇਆਨੰਦ ਸਰਸਵਤੀ, ਦਇਆਨੰਦ ਨੂੰ 3 ਵਾਰ ਡਿਬੇਟ ਦੇ ਵਿੱਚ, ਸੰਵਾਦ ਦੇ ਵਿੱਚ ਹਰਾਇਆ। ਅੱਜ ਅਸੀਂ ਕਿੱਥੇ ਖੜੇ ਹਾਂ ਜੀ? ਅੱਜ ਸਾਡੇ ਪਿੰਡਾਂ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਸਕੂਲਸ ਨੇ, ਸੇਂਟ ਵਿਲੀਅਮ ਸਕੂਲ, ਸੇਂਟ ਜ਼ੇਵੀਅਰ ਸਕੂਲ, ਸੇਂਟ ਪੌਲ ਸਕੂਲ, ਸੇਂਟ ਫਲਾਣਾ। ਮਾਂ ਪਿਓ ਬੜੇ ਖੁਸ਼ ਹੁੰਦੇ ਨੇ, ਮੇਰਾ ਬੱਚਾ ਫਲਾਣਾ ਕ੍ਰਿਸਚੀਅਨ ਸਕੂਲ 'ਚ ਪੜ੍ਹ ਰਿਹਾ। ਸਾਡੇ ਕੌਮ ਨੂੰ ਚਾਹੀਦਾ ਸੀ, ਸਾਡੀਆਂ ਸੰਸਥਾਵਾਂ ਨੂੰ ਚਾਹੀਦਾ ਸੀ, ਇੱਥੇ ਖੋਲ੍ਹਿਆ ਜਾਂਦਾ ਗਿਆਨੀ ਦਿੱਤ ਸਿੰਘ ਯਾਦਗਾਰੀ ਸਕੂਲ। ਕਿੰਨੇ ਕੁ ਅਸੀਂ ਸੰਸਥਾਵਾਂ ਖੋਲ ਰਹੀਆਂ, ਕਾਲਜ, ਯੂਨੀਵਰਸਿਟੀਆਂ ਕਿੰਨੀਆਂ ਖੋਲ ਰਹੀਆਂ ਗਿਆਨੀ ਦਿੱਤ ਸਿੰਘ ਦੇ ਨਾਂ ਤੇ, ਜਿਨ੍ਹਾਂ ਉਸ ਸਮੇਂ ਦੇ ਸਭ ਤੋਂ ਵੱਡੇ ਵਿਦਵਾਨ ਨੂੰ 3 ਵਾਰੀ ਡਿਬੇਟ ਦੇ ਵਿੱਚ ਹਰਾਇਆ ਤੇ ਸਿੰਘ ਸਭਾ ਲਹਿਰ ਦੇ ਨਾਲ ਰੈਵੋਲੂਸ਼ਨ ਲੈ ਕੇ ਆਂਦਾ ਕੌਮ ਦੇ ਵਿੱਚ। ਸੋ ਢਹਿੰਦੀ ਕਲਾ ਦੇ ਵਿੱਚ ਨਾ ਜਾਈਏ। ਅਕਸਰ ਅਸੀਂ ਸਾਡੀ ਗੁਰਬਾਣੀ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਖੋਜੀ ਉਪਜੈ ਬਾਦੀ ਬਿਨਸੈ, ਹੋਂ ਬਲ ਬਲ ਗੁਰ ਕਰਤਾਰਾ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ, ਸੋ ਪੰਡਤ ਜੋ ਮਨ ਪ੍ਰਬੋਧ ਹੈ। ਗੁਰਬਾਣੀ ਦੇ ਵਿੱਚ ਤਾਂ ਲਿਖਣ ਦੀ, ਪੜ੍ਹਨ ਦੀ, ਵਿਦਿਆ ਦੀ ਗੱਲ ਹਰ ਸਫ਼ੇ ਦੇ ਉੱਪਰ ਗੱਲ ਕੀਤੀ ਹੋਈ ਹੈ। ਰਸੂਲ ਹਮਜ਼ਾ ਤੋਂ ਬਹੁਤ ਵਿਦਵਾਨ ਹੋਇਆ ਰਸ਼ੀਆ ਦਾ, ਉਹਦੀ ਇੱਕ ਕਿਤਾਬ ਹੈ ਮੇਰਾ ਦਾਗਿਸਤਾਨ, ਜ਼ਰੂਰ ਪੜ੍ਹਿਓ। ਇੱਕ ਮੈਂ ਹੋਰ ਬੇਨਤੀ ਕਰ ਚੱਲਾਂ ਵਿੱਚੇ, ਕਿਉਂਕਿ ਸਿੱਖ ਕੌਮ ਦੇ ਵਿੱਚ ਇੰਨੇ ਵਿਦਵਾਨ ਹੋਏ ਨੇ, ਕੋਸ਼ਿਸ਼ ਕਰੋ ਘਰਾਂ ਦੇ ਵਿੱਚ ਕਿਤਾਬ ਲਿਆਓ। ਇਸ ਲੈਕਚਰ ਤੋਂ ਬਾਅਦ ਮੈਨੂੰ ਪਤਾ ਹੈ ਕਿ ਸਾਰਿਆਂ ਨੂੰ ਸਵਾਲ ਪੁੱਛਣੇ ਨੇ, ਮੇਰਾ ਵੀ ਇੱਕ ਸਵਾਲ ਹੋਏਗਾ ਸਾਰਿਆਂ ਨੂੰ। ਕਿੰਨਿਆਂ ਦੇ ਘਰਾਂ ਦੇ ਵਿੱਚ, ਤੁਹਾਡੇ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹੈ, ਇਨਸਾਈਕਲੋਪੀਡੀਆ ਆਫ ਸਿੱਖ, ਮਹਾਨ ਕੋਸ਼ ਤੁਹਾਡੇ ਘਰਾਂ ਦੇ ਵਿੱਚ, ਸਾਰਿਆਂ ਦੇ ਵਿੱਚ ਹੋਣਾ ਚਾਹੀਦਾ। ਇੰਨੇ ਸਾਲਾਂ ਦੀ ਮਿਹਨਤ, ਕਈ ਸਾਲਾਂ ਦੀ ਜ਼ਿੰਦਗੀ ਲੇਖੇ ਲਾਤੀ ਭਾਈ ਕਾਹਨ ਸਿੰਘ ਨਾਭਾ ਜੀ ਨੇ, ਤਾਂ ਕੌਮ ਨੂੰ ਮਹਾਨ ਕੋਸ਼ ਦੇ ਕੇ ਗਏ ਨੇ। ਅੱਜ ਅਦਾਲਤ ਦੇ ਵਿੱਚ ਮੈਂ ਪੇਸ਼ੇ ਪੱਖੋਂ ਵਕੀਲ ਹਾਂ, ਬਾਈ ਪ੍ਰੋਫੈਸ਼ਨ ਐਡਵੋਕੇਟ ਹਾਂ। ਭਾਈ ਕਾਹਨ ਸਿੰਘ ਨਾਭਾ ਦੀ ਕੋਰਟਸ ਕੀਤੀਆਂ ਹੋਈਆਂ ਕਈ ਅਦਾਲਤਾਂ ਦੇ ਵਿੱਚ ਵੀ ਲੱਗਦੀਆਂ, ਜਿਹੜੀ ਪ੍ਰਾਤਨਤਾ ਦੇ ਜਦੋਂ ਅਸੀਂ ਦੇਖਦੇ ਹਾਂ ਉਸਦੇ ਜੋ ਅਰਥ ਹੈ, ਉੱਥੇ ਵੀ ਸਾਈਟੇਸ਼ਨਸ ਲੱਗ ਜਾਂਦੀਆਂ। ਡਾਕਟਰ ਜਸਵੰਤ ਸਿੰਘ ਨੇਕੀ ਹੋਏ ਨੇ PGI ਦੇ ਡਾਇਰੈਕਟਰ, ਉਹਨਾਂ ਦੀਆਂ ਕਿਤਾਬਾਂ। ਡਾਕਟਰ ਭਾਈ ਵੀਰ ਸਿੰਘ, ਕਿੰਨੇ ਮਹਾਨ ਵਿਦਵਾਨ ਹੋਏ ਨੇ ਕੌਮ ਕੋਲ। ਡਾਕਟਰ ਜੋਧ ਸਿੰਘ, ਸਰਦਾਰ ਪ੍ਰਿਥੀਪਾਲ ਸਿੰਘ, ਸਰਦਾਰ ਕੌਮ ਦਾ ਮਹਾਨ ਹੀਰਾ ਸਰਦਾਰ ਕਪੂਰ ਸਿੰਘ IFS, ਜਿਹੜੇ ਡਿਪਟੀ ਕਮਿਸ਼ਨਰ ਰਹੇ, ਜਨਰਲ ਸ਼ੁਭੇਗ ਸਿੰਘ। ਸੋ ਜਿੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ, ਉੱਥੇ ਗੁਰਮਤਿ ਵਿਦਿਆ ਬੜੀ ਜ਼ਰੂਰੀ ਹੈ। ਗੁਰਮਤਿ ਦੇ ਵਿੱਚ ਪਰਪੱਕ ਕਰਾਓ। ਪ੍ਰਿੰਸੀਪਲ ਗੰਗਾ ਸਿੰਘ, ਕਰਮ ਸਿੰਘ ਹਿਸਟੋਰੀਅਨ, ਕਿੰਨਿਆਂ ਦੇ ਨਾਂ ਲਈਏ, ਪ੍ਰੋਫੈਸਰ ਸਾਹਿਬ ਸਿੰਘ, ਜਿਨ੍ਹਾਂ ਨੇ ਐਡਾ ਵੱਡਾ ਸਾਡੇ ਸਿੱਖਾਂ ਦੇ ਉੱਪਰ ਇੰਨਾ ਵੱਡਾ ਭਲਾ ਕੀਤਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੂਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਰਥ, ਵਿਆਖਿਆ ਸਾਹਿਤ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਦਿੱਤੇ। ਸੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖੀ ਅਸੀਂ। ਦੂਜੀ ਗੱਲ, ਵਿਦਿਆ ਸਿਖਾਉਂਦੀ ਹੈ ਸੈਲਫ ਕੌਨਫੀਡੈਂਸ, ਜੋ ਅਸੀਂ ਲੂਜ਼ ਕਰਦੇ ਜਾ ਰਹੇ ਹਾਂ। ਜਦੋਂ ਕਸ਼ਮੀਰੀ ਪੰਡਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਸੀ, ਆ ਕੇ ਉਹਨਾਂ ਨੇ ਗੱਲ ਕੀਤੀ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ, ਅੱਜ ਮਨੁੱਖੀ ਖਤਰੇ ਦੇ ਵਿੱਚ ਹੈ, ਮਨੁੱਖ ਖਤਰੇ ਦੇ ਵਿੱਚ ਹੈ, ਸਾਡੇ ਹੱਕ ਖਤਰੇ ਦੇ ਵਿੱਚ ਨੇ। ਮੈਂ ਆਉਣ ਵਾਲੇ ਦਿਨਾਂ ਦੇ ਵਿੱਚ, ਮੇਰੇ ਖਿਆਲ ਸ਼ਾਇਦ ਵੀਰ ਮਲਕੀਤ ਸਿੰਘ ਜੀ ਨੂੰ ਪਤਾ ਹੋਏਗਾ, 5 ਤਰੀਕ ਨੂੰ ਲੈਕਚਰ ਹੈ ਹਿਊਮਨ ਰਾਈਟਸ, ਮਨੁੱਖੀ ਹੱਕਾਂ ਦੇ ਉੱਪਰ ਲੈਕਚਰ, ਅਸੀਂ ਉਹਦੇ ਉੱਪਰ ਗੱਲ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ, ਜਿਨ੍ਹਾਂ ਵਾਸਤੇ, ਜਿਨ੍ਹਾਂ ਲਈ, ਜਿਨ੍ਹਾਂ ਦੇ ਹੱਕਾਂ ਲਈ ਸ਼ਹੀਦੀ ਦਿੱਤੀ। ਅੱਜ ਦਾ ਸਿੱਖ ਕਿੱਥੇ ਗਰਕ ਚੁੱਕਿਆ? ਅੱਜ ਦਾ ਸਿੱਖ ਉਹਨਾਂ ਕੋਲ ਜਾ ਕੇ ਪੁੱਛਣਾ ਲੈ ਰਿਹਾ,
ਆਪ ਐਜੂਕੇਟ ਨਹੀਂ ਹੋਇਆ, ਆਪ ਲਿਟਰੇਟ ਨਹੀਂ ਹੋਇਆ, ਚਾਹ ਕੇ ਉਹਨਾਂ ਕੋਲ ਅਸੀਂ ਪੁੱਛਣਾ ਲੈ ਰਹੇ ਹਾਂ ਜੀ ਅਸੀਂ ਵਿਆਹ ਕਦੋਂ ਕਰਾਈਏ, ਸਾਡੇ ਘਰਾਂ ਦੇ ਵਿੱਚ ਵਿਆਹ ਕਦੋਂ ਰੱਖੀਏ, ਸਾਨੂੰ ਕੋਈ ਅੱਜ ਕੋਈ ਪੰਚਕਣਾ ਦਿਨ ਚੱਲ ਰਿਹਾ, ਸਾਨੂੰ ਕੋਈ ਦਿਨ ਕੋਈ ਤਰੀਕ ਕੱਢ ਕੇ ਦਵੋ। ਅਸੀਂ ਉਹਨਾਂ ਪੰਡਤਾਂ ਕੋਲ ਜਾ ਕੇ, ਜਿਹੜੇ ਪੰਡਤ ਤੁਹਾਡੇ ਕੋਲੋਂ ਸ਼ਰਨ ਲੈਣ ਆਈ ਸੀ, ਤੁਸੀਂ ਉਹਨਾਂ ਕੋਲ ਜਾ ਕੇ ਸਿੱਖਿਆ ਲੈ ਰਹੇ ਹੋ, ਉਹਨਾਂ ਕੋਲ ਜਾ ਕੇ ਪੁੱਛਿਆ ਲੈ ਰਹੇ ਹੋ। ਇਹ ਕੀ ਗੱਲ ਆ? ਸਾਡੀ ਐਜੂਕੇਸ਼ਨ ਦਾ, ਸਾਡੀ ਵਿੱਦਿਆ ਦਾ, ਸਾਡਾ ਬੌਧਿਕ ਦਾ, ਸਾਡੀ ਮਾਨਸਿਕਤਾ ਦਾ ਮਿਆਰ ਇੰਨਾ ਗਿਰ ਚੁੱਕਿਆ। ਇਹਦੇ ਉੱਪਰ ਸਮਝਣ ਦੀ ਗੱਲ ਹੈ, ਐਜੂਕੇਟ ਹੋਈਏ। ਜੇ ਕੋਈ ਕੌਮ ਨੂੰ ਖਤਮ ਕਰਨਾ ਹੋਵੇ, ਅੱਜ ਦੇ ਸੰਦਰਭ ਦੇ ਵਿੱਚ ਮੈਂ ਗੱਲ ਲਿਆਵਾਂ ਕਿਉਂਕਿ ਸਮਾਂ ਨੇੜੇ ਲੱਗਦਾ ਜਾ ਰਿਹਾ ਹੈ, ਤਾਂ ਉਸ ਦੀ ਪ੍ਰਾਇਮਰੀ ਐਜੂਕੇਸ਼ਨ ਕਹਿੰਦੇ ਖੋਲ ਲਵੋ। ਹੁਣ ਸਾਡੇ ਕੋਲ ਕੀ ਹੋ ਚੁੱਕਿਆ, ਪ੍ਰਾਇਮਰੀ ਐਜੂਕੇਸ਼ਨ ਜਿਹੜੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਮੇਰਾ ਛੋਟਾ ਬੇਟਾ ਹੈ, ਮੈਂ ਜੋ ਪੜ੍ਹਦਾ, ਉਹਨਾਂ ਦੇ ਵਿੱਚ ਉਹਨਾਂ ਨੂੰ ਸਟੋਰੀਜ਼ ਦਿੱਤੀਆਂ ਜਾ ਰਹੀਆਂ, ਉਹਦੇ ਵਿੱਚ ਇੰਨੇ ਔਖੇ ਨਾਮ ਨੇ ਫੋਰਨ ਆਥਰਸ ਦੇ ਲਿਖੇ ਹੋਏ ਕਿ ਤੁਸੀਂ ਟੰਗ ਟਵਿਸਟਰ, ਜੀਭ ਦੇ ਵਿੱਚ ਕੜਲ ਪੈ ਜਾਂਦੇ ਨੇ, ਤੁਸੀਂ ਚੰਗੇ ਭਲੇ ਸਿਆਣੇ ਨਹੀਂ ਲੈ ਸਕਦੇ, ਬੱਚੇ ਕਿੱਥੋਂ ਨਾਮ ਲੈਣਗੇ। ਸਾਡੇ ਕਰੈਕਟਰ ਹੋਣੇ ਚਾਹੀਦੇ ਸੀ, ਉਹਨਾਂ ਨੂੰ ਸਟੋਰੀਜ਼ ਹੋਣੀਆਂ ਚਾਹੀਦੀਆਂ ਸੀ। ਸਰਦਾਰ ਸ਼ਾਮ ਸਿੰਘ ਅਟਾਰੀ, ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਬੰਦਾ ਸਿੰਘ ਬਹਾਦਰ, ਪ੍ਰੋਫੈਸਰ ਸਾਹਿਬ ਸਿੰਘ, ਗਿਆਨੀ ਗਿਆਨ ਸਿੰਘ, ਸਰਦਾਰ ਰਤਨ ਸਿੰਘ ਭੰਗੂ, ਜਾਂ ਅੱਜ ਦੇ ਕਰੈਕਟਰ ਸਰਦਾਰ ਰਣਜੀਤ ਸਿੰਘ, ਪ੍ਰਿੰਸੀਪਲ ਜੋਤ ਸਿੰਘ। ਇਹ ਗੱਲਾਂ ਹੋਣੀਆਂ ਚਾਹੀਦੀਆਂ ਸੀ। ਨਾਮ ਦੇਖੋ ਕਿਵੇਂ ਜਵਾਨ ਤੇ ਚੜ੍ਹਦੇ ਨੇ, ਬੱਚੇ ਦਾ ਇੰਟਰਸਟ ਬਣਿਆ ਰਹਿੰਦਾ, ਨਿੱਕੇ ਨਿੱਕੇ ਬੱਚੇ ਨਾਲ ਜੁੜੇ ਹੋਣਗੇ। ਤੁਸੀਂ ਉਹਨਾਂ ਨੂੰ ਨਾਮ ਹੀ ਸੌਥਰੇ ਦੇ ਦੋਗੇ ਜਾਂ ਫੋਰਨ ਦੇ ਦੋਗੇ ਤਾਂ ਬੱਚੇ ਦਾ ਇੰਟਰਸਟ ਨਹੀਂ ਬਣਨਾ। ਹੋਣਾ ਕੀ ਚਾਹੀਦਾ, ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ, ਇੱਕ ਤਾਂ ਸਾਡੀ ਜਿਹੜੀ ਐਜੂਕੇਸ਼ਨ ਆ ਟੋਟਲੀ ਸਾਡੀ ਸੈਂਟਰਲਾਈਜ਼ਡ ਹੋ ਚੁੱਕੀ ਹੈ। ਐਜੂਕੇਸ਼ਨ ਸ਼ੁੱਡ ਬੀ ਡੀਸੈਂਟਰਲਾਈਜ਼ਡ। ਐਜੂਕੇਸ਼ਨ ਦਾ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ। ਐਜੂਕੇਸ਼ਨ ਦੇ ਅਧਿਕਾਰ ਫੈਡਰਲ ਢਾਂਚੇ ਨੂੰ, ਸਟੇਟਸ ਨੂੰ ਮਿਲਣੇ ਚਾਹੀਦੇ ਨੇ। ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ, ਪ੍ਰਾਇਮਰੀ ਐਜੂਕੇਸ਼ਨ ਸਾਡੀ ਬਲਾਕ ਪੱਧਰ ਦੀ ਹੋਣੀ ਚਾਹੀਦੀ ਹੈ, ਇਲਾਕੇ ਦੀ, ਕਿਉਂਕਿ ਜਿਹੜਾ ਬੱਚਾ, ਜਿਹੜੇ ਤੁਸੀਂ ਵੇਖ ਕੇ ਵੇਖੋ, ਜਿਹੜੀ ਮਾਝੇ ਦੇ ਬੱਚਿਆਂ ਦੀ ਬੋਲੀ ਹੈ ਮਾਲਵੇ ਨਾਲ ਨਹੀਂ ਮਿਲਦੀ, ਮਾਲਵੇ ਦੀ ਦੁਆਬੇ ਨਾਲ ਨਹੀਂ ਮਿਲਦੀ ਹੈਗੀ। ਤਾਂ ਕਰਕੇ ਜਿਹੜੀ ਸਾਡੀ ਪ੍ਰਾਇਮਰੀ ਐਜੂਕੇਸ਼ਨ ਹੈ, ਉਹ ਘੱਟੋ ਘੱਟ ਸਾਡੀ ਮਦਰ ਟੰਗ, ਸਾਡੀ ਮਾਦਰੀ ਜ਼ੁਬਾਨ, ਸਾਡੀ ਮਾਂ ਬੋਲੀ ਦੇ ਵਿੱਚ ਹੋਣੀ ਚਾਹੀਦੀ ਹੈ। ਕਿਉਂਕਿ ਇਹ ਸਾਇੰਸ ਵੀ ਸਿੱਧ ਕਰ ਚੁੱਕੀ ਹੈ। ਵੱਡੀਆਂ ਵੱਡੀਆਂ ਕੰਟਰੀਜ਼, ਭਾਵੇਂ ਉਹ ਜਾਪਾਨ ਨੇ, ਭਾਵੇਂ ਚਾਈਨਾ ਤੇ ਹੋਰ ਜਿੰਨੀਆਂ ਵੀ ਇਨਕਲਾਬੀ ਕੰਟਰੀਆਂ ਨੇ, ਉਹ ਦੱਸ ਚੁੱਕੀਆਂ ਕਿ ਜਿਹੜਾ ਬੱਚਾ ਆਪਣੀ ਮਾਂ ਬੋਲੀ ਦੇ ਵਿੱਚ ਵਿੱਦਿਆ ਗ੍ਰਹਿਣ ਕਰੇਗਾ ਉਹ ਪਰਫੈਕਟ ਹੋਏਗਾ। ਇਸ ਗੱਲ ਕਰਕੇ ਪ੍ਰਾਇਮਰੀ ਐਜੂਕੇਸ਼ਨ ਸ਼ੁੱਡ ਬੀ ਇਨ ਯੂਰ ਮਦਰ ਟੰਗ, ਆਪਣੀ ਮਾਂ ਬੋਲੀ ਦੇ ਵਿੱਚ ਹੋਵੇ। ਤੇ ਦੂਜੀ ਗੱਲ, ਬਲਾਕ ਲੈਵਲ ਤੱਕ ਹੋਵੇ। ਉਸ ਤੋਂ ਬਾਅਦ ਜਿਹੜੀ ਹਾਈ ਸਕੂਲ ਦੀ, ਉਹ ਸਟੇਟ ਲੈਵਲ ਤੱਕ ਹੋਵੇ। ਤੁਹਾਡੇ ਆਪਣੇ ਰਾਜ ਦੇ ਵਿੱਚ ਮੁਕਾਬਲਾ ਹੋਵੇ, ਤੁਹਾਨੂੰ ਪਤਾ ਹੋਵੇ ਜਿੱਥੇ ਤੱਕ ਦੀ ਸੀਨੀਅਰ ਸੈਕੰਡਰੀ ਜਾਂ ਹਾਈ ਸਕੂਲ ਐਜੂਕੇਸ਼ਨ ਹੈ। ਯੂਨੀਵਰਸਿਟੀ ਤਾਂ ਹੀ ਨਾ ਲਿਖਿਆ ਗਿਆ ਸੀ ਕਿ ਯੂਨੀਵਰਸਿਟੀ ਦਾ ਮਤਲਬ ਹੈ ਯੂਨੀਵਰਸ, ਬ੍ਰਹਿਮੰਡ, ਦੁਨੀਆ। ਜਿਹੜੀ ਕਾਲਜ ਜਾਂ ਯੂਨੀਵਰਸਿਟੀ ਦੀ ਤੁਹਾਡੀ ਐਜੂਕੇਸ਼ਨ ਆ, ਪੂਰੀ ਦੁਨੀਆ ਦੇ ਵਿੱਚ ਹੋਣੀ ਚਾਹੀਦੀ ਹੈ। ਸਾਡਾ ਮੁਕਾਬਲਾ ਭਾਵੇਂ ਕੈਨੇਡਾ ਨਾ ਹੋਵੇ, ਇੰਗਲੈਂਡ ਨਾ ਹੋਵੇ, ਕਿਤੇ ਨਾ ਹੋਵੇ, ਸਾਊਥ ਨਾਲ ਹੋਵੇ, ਨਾਰਥ ਨਾਲ ਹੋਵੇ। ਅਸੀਂ ਕੀ ਕਰ ਰਹੇ ਹਾਂ? ਸਾਡੀ ਐਜੂਕੇਸ਼ਨ ਪਾਲਿਸੀ 2019 ਦੇ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਅਮੈਂਡ ਹੋ ਕੇ ਆਈ ਹੈ। ਵੀਰ ਜਸਵਿੰਦਰ ਸਿੰਘ ਜੀ ਨੇ ਬੈਠੇ ਨੇ, ਐਡਵੋਕੇਟ ਸਾਹਿਬ, ਸਾਡਾ ਜ਼ਿਕਰ ਵੀ ਹੋਇਆ ਸੀ ਇਹਦੇ ਉੱਪਰ। 465 ਸਫ਼ਿਆਂ ਦੀ ਹੈਗੀ ਹੈ। ਉਸ ਨੂੰ ਪੁਰਾਤਨ ਲੈ ਕੇ ਜਾ ਚੁੱਕੇ ਨੇ, ਕਹਿੰਦੇ ਜੀ ਗੁਰੂਕੁਲ ਟਾਈਮ ਦੀ ਦੇਣੀ ਹੈ। ਤੇ ਮੈਂ ਇੱਕ ਗੱਲ ਦਾ ਸਵਾਲ ਪੁੱਛਦਾ ਇਸ ਤੁਹਾਡੇ ਜ਼ਰੀਏ ਰਾਹੀਂ, ਇਸ ਅੱਜ ਦੀ ਹਕੂਮਤ ਨੂੰ, ਤੁਸੀਂ ਜੋ ਅੱਜ ਸਾਡਾ ਤਾਂ ਸਿਧਾਂਤ ਹੀ ਅਗਾਹਾਂ ਕੂ ਤਰਾਗ ਹੈ, ਅਸੀਂ ਅੱਗੇ ਨੂੰ ਵਧਣਾ ਹੈ, ਪਿੱਛੇ ਨੂੰ ਥੋੜਾ ਜਾਣਾ। ਤੁਸੀਂ ਕਹਿੰਦੇ ਹੋ ਗੁਰੂਕੁਲ ਦੇ ਸਮੇਂ ਦੀ ਐਜੂਕੇਸ਼ਨ ਅਸੀਂ ਪ੍ਰੋਵਾਈਡ ਕਰਨੀ ਹੈ, ਫਿਰ ਗੁਰੂਕੁਲ ਦੇ ਵਿੱਚ ਤਾਂ ਏਕਲਵਿਆ ਨੇ ਅੰਗੂਠਾ ਵੀ ਕੱਟ ਕੇ ਦਿੱਤਾ ਸੀ। ਯਾਦ ਹੋਵੇ ਤੁਹਾਨੂੰ ਕਹਾਣੀ, ਮਹਾਭਾਰਤ ਦੇ ਵਿੱਚ ਏਕਲਵਿਆ ਦਾ ਦਰੋਣਾਚਾਰਿਆ ਨੇ ਗੁਰੂ ਦਕਸ਼ਨਾ ਦੇਣ ਦੇ ਕਰਕੇ ਕਿ ਉਹ ਇੱਕ ਸ਼ੂਦਰ ਜਮਾਤ ਦਾ ਸੀ, ਰਾਜ ਘਰਾਣੇ ਦੇ ਬੱਚਿਆਂ ਤੋਂ ਅੱਗੇ ਨਾ ਲੰਘ ਜਾਵੇ, ਤੀਰ ਚਲਾਉਣ ਦਾ ਵਿੱਚ ਨਾ ਸਿੱਖ ਜਾਵੇ। ਵਿੱਦਿਆ ਦਿੱਤੀ ਹੈ ਕਿ ਆਪਣਾ ਅੰਗੂਠਾ ਹੀ ਵੱਢ ਕੇ ਦੇ, ਤੇਰੀ ਵਿੱਦਿਆ ਹੀ ਮੈਂ ਜ਼ੀਰੋ ਕਰ ਦੇਣੀ ਹੈ, ਕਾਟਾ ਮਾਰ ਦਿੱਤਾ। ਤੇ ਤੁਸੀਂ ਇਸ ਗੁਰੂ ਕਾਲ ਦੀ, ਜੋ ਗੁਰੂਕੁਲ ਦੀ ਵਿੱਦਿਆ ਕਹਿੰਦੇ ਹੋ, ਅੱਜ ਤੁਸੀਂ ਏਕਲਵਿਆ ਪੈਦਾ ਕਰੋਗੇ? ਕਿੱਥੇ ਅਸੀਂ ਬੈਠੇ ਅੱਜ 2019 ਦੇ ਵਿੱਚ ਅਸੀਂ ਵਿੱਦਿਆ ਪੁਰਾਣੀ ਲੈ ਕੇ ਜਾ ਰਹੇ ਹਾਂ। ਅਸੀਂ ਤਾਂ ਸਮੇਂ ਦੇ ਹਾਣੀ ਬਣਨਾ ਸੀ। ਸੋ ਪ੍ਰਾਇਮਰੀ ਵਿੱਦਿਆ ਜਿਹੜੀ ਹੋਣੀ ਚਾਹੀਦੀ ਹੈ ਉਹ ਬਲਾਕ ਲੈਵਲ ਦੀ ਆਪਸ ਦੇ ਵਿੱਚ ਹੋਵੇ। ਬੱਚੇ ਨੂੰ ਇਹ ਨਾ ਹੋਵੇ ਕਿ ਐਸੇ ਨਾਂ ਦਿੱਤੇ ਜਾਣ ਜਿਹੜੇ ਲੈ ਹੀ ਨਾ ਸਕੇ, ਜਿਹੜੇ ਉਹਨੇ ਸੁਣੇ ਨਾ ਹੋਣ, ਉਹਦਾ ਇੰਟਰਸਟ ਕੀ ਬਣੇਗਾ। ਹਾਈ ਸਕੂਲ ਦੀ ਐਜੂਕੇਸ਼ਨ ਸਟੇਟ ਲੈਵਲ ਤੱਕ ਦੀ ਹੋਵੇ। ਹੌਲੀ ਹੌਲੀ ਪੌੜੀ ਦਰ ਪੌੜੀ ਚੜੇ, ਨਾ ਕਿ ਸਿਖਰ ਪੌੜੀ ਚੜ੍ਹ ਕੇ ਅਸੀਂ ਡੰਡਾ ਖਿੱਚ ਦਈਏ। ਨਾ ਬੱਚਾ ਆੜਦਾ ਰਿਹਾ, ਨਾ ਪਾਰਦਾ ਰਿਹਾ।
ਨਾ ਉਹਦੀ ਪਰਫੈਕਸ਼ਨ, ਉਹਦੀ ਮੁਹਾਰਤ, ਉਹਦੀ ਮਾਦਰੀ ਜ਼ੁਬਾਨ, ਉਹਦੀ ਮਾਂ ਬੋਲੀ ਦੇ ਵਿੱਚ ਆਈ, ਨਾ ਹੀ ਉਹ ਦੂਜੀਆਂ ਬੋਲੀਆਂ ਸਿੱਖ ਸਕਿਆ। ਤੇ ਯੂਨੀਵਰਸਿਟੀ ਕਾਲਜ ਲੈਵਲ ਦੀ ਜੋ ਵਿੱਦਿਆ ਹੈ ਉਹ ਹੋਣੀ ਚਾਹੀਦੀ ਹੈ ਵਰਲਡ ਲੈਵਲ ਦੀ। ਸਿੱਖਿਆ ਦਾ ਉਦੇਸ਼ ਮਨੁੱਖਤਾ ਦਾ ਪਰਮਾਤਮਾ ਨਾਲ ਮੇਲ ਹੈ। ਉੱਗੇ ਅਰਥ ਸ਼ਾਸਤਰੀ, ਉੱਗੇ ਵਿਦਿਆ ਸ਼ਾਸਤਰੀ ਡੋਮ ਨੇ ਇਹ ਗੱਲ ਆਖੀ ਸੀ। ਦੂਜੀ ਗੱਲ, ਕੇਵਲ IAS IPS ਜਾਂ IAS ਬਣਾਉਣਾ ਹੀ ਵਿਦਿਆ ਨਹੀਂ। ਵਿਦਿਆ ਤੁਹਾਡੀ ਓਵਰਆਲ ਡਿਵੈਲਪਮੈਂਟ ਹੈ, not meant for certificates, not meant for degrees or your qualifications। ਅੱਜ ਕੱਲ ਤਾਂ ਬੜੇ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ, ਪੰਜਾਬ ਦੇ ਵਿੱਚ ਜਦੋਂ ਯੂਨੀਵਰਸਿਟੀਆਂ ਘੱਟ ਸੀ ਤਾਂ ਵਿਦਿਆ ਦਾ ਮਿਆਰ ਬਹੁਤ ਉੱਚਾ ਸੀ, ਬੜੇ ਵਿਦਵਾਨ ਹੁੰਦੇ ਸੀ ਤਿਆਰ। ਅੱਜ ਜਦੋਂ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਹੋ ਚੁੱਕੀਆਂ ਤਾਂ ਵਿਦਿਆ ਦਾ ਮਿਆਰ, ਇੱਥੋਂ ਤੱਕ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਯੂਨੀਵਰਸਿਟੀਆਂ ਇਦਾਂ ਦੀਆਂ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਡਿਗਰੀ ਹੈ PhD, ਉਹ ਵੀ ਸਾਡੀ ਯੂਨੀਵਰਸਿਟੀਆਂ ਦੇ ਵਿੱਚੋਂ ਮੁੱਲ ਵਿਕਦੀ ਹੈ। ਤੁਸੀਂ ਯੂਨੀਵਰਸਿਟੀਆਂ ਦੇ ਵਿੱਚੋਂ ਜਾ ਕੇ ਕੋਈ ਵੀ ਵੱਡੀ ਡਿਗਰੀ ਤੁਸੀਂ ਮੁੱਲ ਲਿਆ ਸਕਦੇ ਹੋ। ਵੇਦ ਪੁਰਾਣ ਪੜ੍ਹੇ ਕਿਆ ਗੁਣ, ਇਹ ਸਾਨੂੰ ਦੱਸਿਆ ਜਾਣਾ ਚਾਹੀਦਾ ਸੀ। ਅਸੀਂ ਵਿਦਿਆ ਨੂੰ ਆਪਣੇ ਆਪ ਨੂੰ ਡਿਵੈਲਪ ਕਰਨਾ ਸੀ। ਮੌਜੂਦਾ ਜੋ ਸਿੱਖਿਆ ਪ੍ਰਣਾਲੀ ਹੈ ਬੁੱਧੀਜੀਵੀ ਪੈਦਾ ਨਹੀਂ ਕਰ ਰਹੀ, ਕਲਰਕ ਪੈਦਾ ਕਰ ਰਹੀ ਹੈ। ਕਲਰਕ ਪੈਦਾ ਹੋ ਰਹੇ ਨੇ, ਨਾ ਕਿ ਬੁੱਧੀਜੀਵੀ। ਰੱਟਾ ਸਿਸਟਮ ਹੈ। ਗਾਂ ਦਾ ਕਹਿੰਦੇ ਜੀ, ਗਾਂ ਦਾ ਲੇਖ ਲਾਤਾ ਸਾਡੇ ਬੱਚਿਆਂ ਨੂੰ, ਕਿਉਂਕਿ ਗਾਂ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਗਾਂ ਸਾਡੀ ਮਾਤਾ ਹੈ। ਕਿਸੇ ਦੀ ਹੋਏਗੀ ਜੀ, ਤੁਹਾਨੂੰ ਸਾਨੂੰ ਕਿਉਂ ਪਰੋਸਿਆ ਜਾ ਰਿਹਾ? ਬੱਚੇ ਨੂੰ ਯਾਦ ਕਰਵਾਤਾ, ਜਦੋਂ ਪੇਪਰ ਦੇ ਵਿੱਚ ਲੇਖ ਆ ਗਿਆ ਮੇਰਾ ਘੋੜੇ ਦੇ ਉੱਪਰ ਲੇਖ ਲਿਖੋ, ਕਹਿੰਦੇ ਜੀ ਨਹੀਂ ਇਹ ਤਾਂ ਆਊਟ ਆਫ ਸਿਲੇਬਸ ਹੈ, ਸਿਲੇਬਸ ਤੋਂ ਬਾਹਰ ਹੀ ਹੈ। ਕਿਉਂ? ਕਿਉਂਕਿ ਰੱਟਾ ਸਿਸਟਮ ਸੀ। ਬੱਚੇ ਨੇ ਗਾਂ ਦਾ ਲੇਖ ਯਾਦ ਕੀਤਾ ਸੀ ਤੇ ਆ ਗਿਆ ਘੋੜੇ ਦਾ ਲੇਖ। ਰੱਟਾ ਸਿਸਟਮ ਨਹੀਂ ਕਾਮਯਾਬ ਹੋਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਮੌਰ ਸੰਸਥਾ ਹੈ, ਪਰ ਕਿਤੇ ਨਾ ਕਿਤੇ ਸਾਨੂੰ ਆਪਣਾ ਅੱਜ ਰਿਸਰਚ ਬੋਰਡ ਬਣਾਉਣਾ ਪੈਣਾ ਕਿ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 17 ਸਾਲ ਤੱਕ ਦਾ ਬੱਚਾ ਆਪਣੇ 2500 ਘੰਟੇ ਸਕੂਲ ਦੇ ਵਿੱਚ ਬਿਤਾਉਂਦਾ ਹੈ। ਬੱਚੇ ਨੂੰ ਆਪਣਾ ਟਾਈਮ ਟੇਬਲ, ਆਪਣਾ ਏਮ, ਆਪਣਾ ਟਾਰਗੇਟ ਮਿਥਣਾ ਪੈਣਾ, ਤਾਂ ਉਸਨੇ ਵਿਦਿਆ ਦੇ ਵਿੱਚ ਅੱਗੇ ਪਹੁੰਚਿਆ ਜਾਣਾ ਹੈ, ਤਾਂ ਅਸੀਂ ਤਰੱਕੀ ਕਰ ਸਕਦੇ ਹਾਂ। ਇਹ ਸਾਨੂੰ ਇਹ ਕਰਨਾ ਪੈਣਾ ਹਰ ਹਾਲਤ ਦੇ ਵਿੱਚ, ਕਿਉਂਕਿ ਭਗਤ ਕਬੀਰ ਜੀ ਨੇ ਆਖਿਆ ਸੀ ਕਿ ਗਿਆਨ ਕੀ ਆਈ ਆਂधी। ਜੇ ਬਨਾਰਸ ਦੇ ਵਿੱਚ ਬੈਠ ਕੇ ਭਗਤ ਕਬੀਰ ਜੀ ਉਸ ਸਮੇਂ ਰੈਵੋਲੂਸ਼ਨਰੀ ਇਨਕਲਾਬੀ ਗੱਲਾਂ ਕਰ ਸਕਦੇ ਨੇ, ਤਾਂ ਅੱਜ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਇਨਕਲਾਬੀ ਗੱਲਾਂ? ਇਹ ਸਾਨੂੰ ਗੱਲ ਸਮਝਣੀ ਪੈਣੀ ਹੈ। ਜਸਵੰਤ ਸਿੰਘ ਕਮਲ 9ਵੀਂ ਪਾਸ 10ਵੀਂ ਦੇ ਵਿੱਚ ਅਲਜਬਰੇ ਤੋਂ ਡਰ ਕੇ ਪੜ੍ਹਾਈ ਛੱਡ ਗਏ ਸੀ, ਪਰ ਪੰਜਾਬੀ ਸਾਹਿਤ ਨੂੰ 102 ਕਿਤਾਬਾਂ ਦੇ ਚੁੱਕੇ। 101 ਸਾਲ ਦੀ ਉਮਰ ਪੂਰੀ ਕਰਕੇ 5 ਮਹੀਨੇ ਪਹਿਲਾਂ ਫੌਤ ਹੋਏ ਨੇ। ਅੱਜ ਉਹਨਾਂ ਦੇ ਉੱਪਰ PhD ਹੋ ਰਹੀ ਹੈ। ਜਿਹੜੀ ਸਾਡੇ ਦੇਸ਼ ਦੇ ਵਿੱਚ ਲਗਭਗ 993 ਯੂਨੀਵਰਸਿਟੀਜ਼ ਨੇ, 51,469 ਉੱਚ ਵਿਦਿਅਕ ਕਾਲਜ ਨੇ, ਹਾਇਰ ਸਟੱਡੀਜ਼ ਐਜੂਕੇਸ਼ਨ ਕਾਲਜ 51,469। ਤੇ ਤੁਸੀਂ ਹੈਰਾਨ ਹੋਵੋਗੇ ਜੇ ਮੈਂ ਡਾਟੇ ਦੀ ਗੱਲ ਕਰਾਂ। ਡਾਟਾ ਸਾਡਾ ਕੀ ਕਹਿੰਦਾ? ਜਿਹੜੀ ਉੱਚ ਵਿਦਿਆ ਦਾਖਲਾ ਅਨੁਪਾਤ ਹੈ, ਹਾਇਰ ਐਜੂਕੇਸ਼ਨ ਐਡਮਿਸ਼ਨ ਰੇਸ਼ੋ ਜਿਹੜੀ ਹੈ, USA ਦੇ ਵਿੱਚ ਹੈਗੀ 88%, UK ਦੇ ਵਿੱਚ 69% ਹੈ ਜੀ, 69%, ਜਰਮਨ ਦੇ ਵਿੱਚ 70% ਹੈ, ਕੈਨੇਡਾ ਦੇ ਵਿੱਚ 69% ਹੈ, ਇੰਡੀਆ ਦੇ ਵਿੱਚ ਸੋਚੋਗੇ ਕਿੰਨੀ ਹੈ? ਓਨਲੀ 26%। ਤੇ ਪੰਜਾਬ ਦੇ ਵਿੱਚ 29.5%, 29.5% ਇਨ ਦੀ ਪੰਜਾਬ। ਮੈਨੂੰ ਇੱਕ ਹੱਡਬੀਤੀ ਚਿੱਤੇ ਆ ਗਈ। ਮੈਂ ਕਿਤੇ ਵਿਦੇਸ਼ ਜਾਣਾ ਸੀ, ਦਿੱਲੀ 에ਅਰਪੋਰਟ ਦੇ ਉੱਪਰ ਬੈਠਾ, ਕੁਦਰਤੀ ਫਲਾਈਟ ਜਾ ਚੁੱਕੀ ਸੀ, ਦੁਬਾਰਾ ਫਲਾਈਟ ਮਿਲਣੀ ਸੀ। ਜਿਹੜਾ ਉੱਥੋਂ ਦਾ ਵਿਜ਼ਟਰ ਰੂਮ ਸੀ, ਵਿਜ਼ਿਟਿੰਗ ਰੂਮ, ਉੱਥੇ ਬੈਠਣਾ ਪਿਆ। ਬਹੁਤ ਰਸ਼ ਸੀ, ਅਲੱਗ-ਅਲੱਗ ਪ੍ਰਾਂਤਾਂ ਦੇ, ਅਲੱਗ-ਅਲੱਗ ਸੂਬਿਆਂ ਦੇ, ਅਲੱਗ-ਅਲੱਗ ਧਰਮਾਂ ਦੇ ਕਾਫੀ ਸਾਰੇ ਉੱਥੇ ਵਿਜ਼ਟਰਸ ਬੈਠੇ ਸੀ। ਇੱਕ ਗੋਰਾ ਬੈਠਾ, ਉਹਨੇ ਆਪਣੇ ਕੋਲ ਚਿਪਸ ਦਾ ਪੈਕਟ ਉਹਦੇ ਹੱਥ ਦੇ ਵਿੱਚ, ਇੱਕ ਉਹਨੇ ਕਿਤਾਬ ਇੰਗਲਿਸ਼ ਦੀ ਫੜੀ ਹੋਈ, ਵਾਹਵਾ ਮੋਟੀ ਕਿਤਾਬ, ਲਗਭਗ 2-3 ਘੰਟੇ ਬੈਠਣ ਦਾ ਮੌਕਾ ਮਿਲਿਆ। ਉਹ ਬਿਲਕੁਲ ਆਲੇ ਦੁਆਲੇ ਤੋਂ ਬੇਖਬਰ, ਲੋਕੀ ਗੱਲਾਂ ਮਾਰ ਰਹੇ ਸੀ, ਉਹ ਆਪਣਾ ਚਿਪਸ ਦਾ ਇੱਕ ਲੈ ਰਿਹਾ। ਉਹਨੇ ਮੇਰਾ ਖਿਆਲ 10 ਰੁਪਏ ਦਾ ਚਿਪਸ ਦਾ ਪੈਕਟ 3 ਘੰਟਿਆਂ 'ਚ ਖਤਮ ਕਰਿਆ, ਤੇ ਜਿੰਨੀ ਦੇਰ ਤੱਕ ਆਪਣੀ ਸਾਰੀ ਕਿਤਾਬ ਨਹੀਂ ਖਤਮ ਕਰ ਚੁੱਕਿਆ, ਮੈਂ ਉਹਨੂੰ ਦੇਖਦਾ ਰਿਹਾ। ਇੰਨੀ ਕੰਸਨਟ੍ਰੇਸ਼ਨ ਸੀ ਉਹਨਾਂ ਦੀ। ਅਕਸਰ ਅਸੀਂ ਕਾਮਰੇਡਾਂ ਦੀਆਂ ਗੱਲਾਂ ਕਰਦੇ ਹਾਂ ਜੀ, ਤੁਸੀਂ ਕਿਤੇ ਲਾਈਵ ਡਿਬੇਟ ਦੇ ਵਿੱਚ ਬਿਠਾ ਦਿਓ ਜਾਂ ਕਿਤੇ ਡਿਬੇਟ 'ਚ ਕਾਮਰੇਡ ਜਿੰਨੇ ਵੀ ਨੇ, ਕਿਉਂਕਿ ਉਹ
ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੇ, ਕਿਉਂਕਿ ਕਿਤਾਬਾਂ ਨਾਲ ਪਿਆਰ ਹੈ, ਕਿਤਾਬਾਂ ਪੜ੍ਹਦੇ ਨੇ। ਸਿੱਖ ਨੂੰ ਕਿਤਾਬਾਂ ਨਾਲ ਬਹੁਤ ਪਿਆਰ ਸੀ। ਸਿੱਖ ਦਾ ਤਾਂ ਵਿਰਸਾ ਹੀ ਕਿਤਾਬਾਂ ਨਾਲ ਹੈ। ਸਿੱਖ ਦਾ ਸਾਡਾ ਤਾਂ ਵਿਰਾਸਤ ਕਿਤਾਬਾਂ ਦੇ ਨਾਲ ਹੈ। ਸਾਡਾ ਤਾਂ ਪਿਆਰ ਕਿਤਾਬਾਂ ਨਾਲ ਹੋਣਾ ਚਾਹੀਦਾ ਜੀ। ਘਰ ਘਰ ਦੇ ਵਿੱਚ, ਘਰ ਘਰ ਅੰਦਰ ਧਰਮਸਾਲ। ਸਾਨੂੰ ਤਾਂ ਘਰ ਘਰ ਦੇ ਵਿੱਚ ਗੁਰਦੁਆਰਾ ਕੀ, ਸਾਡਾ ਸ਼ਬਦ ਗੁਰੂ, ਸਾਡਾ ਤਾਂ ਗੁਰੂ ਹੀ ਸ਼ਬਦ ਹੈ, ਸਾਡਾ ਤਾਂ ਗੁਰੂ ਹੀ ਗਿਆਨ ਹੈ। ਸਾਡੀ ਤਾਂ ਕਿਤਾਬਾਂ ਪੜ੍ਹ ਲਿਖ ਕੇ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਸਾਡੀ ਓਵਰਆਲ ਡਿਵੈਲਪਮੈਂਟ ਕਰਦਾ, ਦੂਰ ਅੰਦੇਸ਼ੀ ਸਾਨੂੰ ਬਣਾਉਂਦਾ। ਸਾਡੀਆਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਨੇ, ਆਪਣਾ ਐਜੂਕੇਸ਼ਨ ਬੋਰਡ ਹੋਣਾ ਚਾਹੀਦਾ ਹੈ। ਆਪਣੀਆਂ ਯੂਨੀਵਰਸਿਟੀਆਂ, ਫਤਿਹਗੜ੍ਹ ਸਾਹਿਬ ਦੇ ਵਿੱਚ ਜਦੋਂ ਐਕਟ ਬਣਿਆ, ਯੂਨੀਵਰਸਿਟੀ ਬਣੀ, ਉਸ ਦੇ ਵਿੱਚ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ। ਪਤਾ ਨਹੀਂ ਕੀ ਸਿਆਸਤਾਂ ਹੋਈਆਂ, ਉਹਦੇ ਵਿੱਚ ਮੁੜ ਕੇ ਸਿੱਖ ਸ਼ਬਦ ਘਟਾ ਦਿੱਤਾ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਰੱਖ ਦਿੱਤਾ ਗਿਆ। ਸੋ ਉਸ ਯੂਨੀਵਰਸਿਟੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੰਪੈਰੇਟਿਵ ਸਟੱਡੀ ਹੋਣੀ ਚਾਹੀਦੀ ਸੀ। ਸਿੱਖ ਧਾਰਮਿਕ ਰੋਹ ਰੀਤਾਂ ਦੀ ਸਟੱਡੀ ਹੋਣੀ ਚਾਹੀਦੀ ਸੀ। ਅੱਜ ਦੇ ਸੰਦਰਭ ਦੇ ਵਿੱਚ ਸਿੱਖੀ ਦਾ ਆਚਰਣ, ਸਿੱਖ ਦਾ ਆਚਰਣ ਕਿੱਦਾਂ ਉੱਚਾ ਚੁੱਕਣਾ ਹੈ, ਜੋ ਉਸ ਦੇ ਵਿੱਚ ਵੱਖ-ਵੱਖ ਅਲੱਗ-ਅਲੱਗ ਭਗਤਾਂ ਨੇ, ਸਿੱਖੀ ਦੇ ਵਿੱਚ ਕਿਹੜੇ-ਕਿਹੜੇ ਗ੍ਰੰਥ ਆਏ, ਕਿਹੜੇ-ਕਿਹੜੇ ਕਿਤਾਬਾਂ ਛਪੀਆਂ, ਕੀ ਸਾਡੇ ਕੋਲ ਲਿਟਰੇਚਰ ਸੀ। ਸਾਡੇ ਕੋਲ ਤਾਂ ਲਿਟਰੇਚਰ ਹੀ ਬਹੁਤ ਜ਼ਿਆਦਾ ਹੈ। ਉਹਦੇ ਵਿੱਚ ਕੰਪੈਰੇਟਿਵ ਸਟੱਡੀ, ਆਪਸ ਤੁਲਨਾਤਮਕ ਅਧਿਐਨ ਹੋਣਾ ਚਾਹੀਦਾ ਸੀ। ਇੱਕ ਰਿਸਰਚ ਬੋਰਡ ਕੌਮ ਕੋ ਆਪਣਾ ਬੜਾ ਜ਼ਰੂਰੀ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਬਜਟ ਹੈ। ਚੀਫ ਖਾਲਸਾ ਦੀਵਾਨ ਬੈਠਾ ਹੈ, ਮਿਸ਼ਨਰੀ ਕਾਲਜ ਬੈਠੇ ਨੇ। ਵੱਡੀਆਂ ਸੰਸਥਾਵਾਂ ਨੂੰ ਚਾਹੀਦਾ ਆਪਣਾ ਇੱਕ ਰਿਸਰਚ ਬੋਰਡ ਬਣਾਵੇ, ਜਿਹਦੇ ਵਿੱਚ ਜੋ ਖੋਜਾਂ ਕਰ ਰਹੇ ਨੇ, ਜੋ ਵਿੱਦਿਆ ਦੇ ਉੱਪਰ ਨਿਤ ਪ੍ਰਤੀ ਦਿਨ ਖੋਜਾਂ ਕਰ ਰਹੇ ਨੇ, ਆਪਣੇ ਪੱਲਿਓਂ ਪੈਸੇ ਲਾ ਕੇ ਉਹਨਾਂ ਨੂੰ ਫਾਈਨੈਂਸ਼ੀਅਲੀ ਏਡ ਦਿੱਤੀ ਜਾਵੇ ਤੇ ਵੱਡੇ ਵੱਡੇ ਵਿਦਵਾਨਾਂ ਨੂੰ ਬੁਲਾਇਆ ਜਾਵੇ, ਉਹਨਾਂ ਨੂੰ ਹੈਲਪ ਕੀਤੀ ਜਾਵੇ ਉਹਨਾਂ ਦੀ। ਜੀ 2-4 ਮਿੰਟ ਚ ਸਮ ਅਪ ਕਰ ਲਓ ਪਲੀਜ਼, ਫਿਰ ਸੁਖਿੰਦਰ ਵੀਰ ਜੀ ਵੀ ਸਮਾਂ ਹੋ ਗਿਆ ਹੋਇਆ, ਉੱਤੇ ਹੋ ਗਏ ਥੋੜਾ ਟਾਈਮ। ਜੀ 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 ਥੈਂਕ ਯੂ ਜੀ। ਤੇ ਆਲਮੋਸਟ ਵਾਈਂਡ ਅਪ ਹੀ ਆ ਜੀ। ਤੇ ਸੋ ਜਿੱਥੇ ਅੱਜ ਅਸੀਂ ਗੁਰਮਤ ਵਿਦਿਆ ਪ੍ਰਣਾਲੀ ਦੀ ਗੱਲ ਕਰ ਰਹੇ ਹਾਂ, ਗੁਰਮਤ ਨੇ ਤਾਂ ਪੂਰੀ ਦੁਨੀਆ ਨੂੰ ਇੱਕ ਸੇਧ ਦੇਣੀ ਸੀ, ਵੱਖ-ਵੱਖ ਐਜੂਕੇਸ਼ਨ ਸਿਸਟਮ ਨੂੰ ਸੇਧ ਦੇਣੀ ਸੀ। ਪੰਜਾਬ ਤੋਂ ਆ ਕੇ ਲੋਕਾਂ ਨੂੰ ਪੜ੍ਹਨਾ ਚਾਹੀਦਾ ਸੀ। ਅਸੀਂ ਅੱਜ ਆਪਣੇ ਬੱਚੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਸਾਡੇ ਕੋਲ ਵਸੀਲਿਆਂ ਦੀ ਘਾਟ ਨਹੀਂ, ਸਾਡੇ ਕੋਲ ਹਰੇਕ ਚੀਜ਼ ਹੈ। ਗੱਲ ਨੀਅਤ ਦੀ ਤੇ ਨੀਤੀ ਦੀ, ਜਦੋਂ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਣ, ਨੀਅਤ ਤੇ ਨੀਤੀ, ਫਿਰ ਵੱਡੇ ਵੱਡੇ ਸੱਦੇ ਸਰ ਹੋ ਜਾਂਦੇ ਨੇ, ਵੱਡੀਆਂ ਵੱਡੀਆਂ ਟਾਰਗੇਟ ਅਚੀਵ ਕੀਤੇ ਜਾ ਸਕਦੇ ਨੇ। ਅਸੀਂ ਆਪਣਾ ਰਿਸਰਚ ਬੋਰਡ ਬਣਾਈਏ, ਅਸੀਂ ਆਪਣੀਆਂ ਯੂਨੀਵਰਸਿਟੀਆਂ, ਪ੍ਰੋਪਰ ਕਾਲਜ, ਜਿਨ੍ਹਾਂ ਦੇ ਵਿੱਚ ਗੁਰਮਤ ਦੇ ਪ੍ਰਪੇਖ ਦੇ ਵਿੱਚ, ਗੁਰਮਤ ਦੇ ਚਾਨਣ ਦੇ ਵਿੱਚ ਅਸੀਂ ਐਜੂਕੇਸ਼ਨ ਦਈਏ। ਅੱਜ ਦੇ ਅਸੀਂ ਸਿੱਖ ਬੁੱਧੀਜੀਵੀ ਪੈਦਾ ਕਰੀਏ, ਸਿੱਖ ਇੰਟੈਲੀਜੈਂਟ ਰੋਸ਼ਨ ਦਿਮਾਗ, ਜਿਹੜੇ IAS IPS ਆਪਣੀਆਂ ਕੁਰਸੀਆਂ ਤੇ ਬੈਠਣ, ਪਰ ਗੱਲ ਸਿੱਖੀ ਦੀ ਕਰਨ, ਗੱਲ ਗੁਰਮਤ ਦੀ ਕਰਨ, ਗੱਲ ਮਨੁੱਖਤਾਵਾਦੀ ਦੀ ਕਰਨ, ਗੱਲ ਮਾਨਵਤਾ ਦੀ ਗੱਲ ਕਰਨ। ਮੈਂ ਇੱਕ ਗੱਲ ਕਹਿ ਕੇ ਨਿਬੇੜਨੀ ਚਾਹਾਂਗਾ। ਅਕਸਰ ਕਈ ਵਾਰ ਅਸੀਂ ਗੱਲ ਕਹਿੰਦੇ ਹਾਂ ਜੀ ਸਾਡੇ IAS ਜਾਂ IPS, ਤੇ ਜਦੋਂ ਚਿਹਰੇ ਮੂਹਰੇ ਵੇਖਦੇ ਹਾਂ ਤਾਂ KPS ਗਿੱਲ ਵੀ IPS ਹੈ, ਸੁਮੇਧ ਸੈਣੀ ਵੀ IPS ਹੈ। ਇੱਥੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦਾ ਆਰਡਰ ਦਿੱਤਾ ਸੀ, ਉਹ ਵੀ IAS ਡਿਪਟੀ ਕਮਿਸ਼ਨਰ ਸੀ। ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਮਿਲ ਜਾਣਗੀਆਂ। ਲੱਖ ਲਾਹਨਤ ਸਾਨੂੰ ਐਵੇਂ ਦੀ ਵਿੱਦਿਆ ਤੇ। ਅਸੀਂ ਕੀ ਕਰਾਣੇ ਨੇ ਇਦਾਂ ਦੇ IAS ਜਾਂ IPS ਜਾਂ PCS, ਜਿਹੜੇ ਘੱਟੋ ਘੱਟ ਨੈਤਿਕਤਾ ਨੂੰ ਭੁੱਲ ਜਾਣ, ਹਿਊਮੈਨਿਟੀ ਨੂੰ ਭੁੱਲ ਜਾਣ, ਗੁਰਸਿੱਖੀ ਜੀਵਨ ਜਾਚ ਨੂੰ ਭੁੱਲ ਜਾਣ, ਕਦਰਾਂ ਕੀਮਤਾਂ ਨੂੰ ਭੁੱਲ ਜਾਣ, ਅਣਖ ਇੱਜ਼ਤ ਆਬਰੂ ਨੂੰ ਭੁੱਲ ਜਾਣ, ਤੇ ਵਹਿਸ਼ੀਆਨਾ ਕਤਲੇਆਮ ਦੇ ਵਿੱਚ ਜਿਨ੍ਹਾਂ ਦੇ ਹੱਥ ਰੰਗੇ ਹੋਣ, ਉਹ ਸਾਡੇ ਚਿਹਰੇ ਮੋਰੇ ਦਸਤਾਰਾਂ ਦੇ ਵਿੱਚ ਐਦਾਂ ਦੇ ਸਿੱਖੀ ਸਰੂਪ ਦੇ ਵਿੱਚ ਸਾਨੂੰ IAS IPS ਨਹੀਂ ਚਾਹੀਦੇ। IAS IPS IFS ਜਾਂ ਹੋਰ PhD ਰਿਸਰਚ ਸਕਾਲਰ ਉਹ ਹੋਣ ਜਿਹੜੇ ਮਨੁੱਖਤਾਵਾਦੀ ਹੋਣ, ਮਾਨਵਤਾ ਬਾਰੇ ਸੋਚਣ, ਕਿਉਂਕਿ ਸਿੱਖੀ ਦਾ ਤਾਂ ਹੈ ਹੀ ਸਾਰਿਆਂ ਦੀ ਭਲਾਈ ਹੈ। ਸਿੱਖੀ ਦਾ ਤਾਂ ਮੋਟੋ ਹੀ ਇਹ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਤਾਂ ਤੁਹਾਡੀ ਉਸਤਤ ਹੋਏਗੀ, ਤਾਂ ਤੁਹਾਡੇ ਵੱਲ ਦੁਨੀਆ ਇੱਕ ਟਿਕ ਹੋ ਕੇ ਦੇਖ ਰਹੀ ਹੈ ਕਿ ਸਿੱਖੀ ਵਾਲੇ ਪਾਸਿਓਂ ਕੀ ਸੁਨੇਹਾ ਆਉਂਦਾ ਹੈ, ਤੁਸੀਂ ਕੀ ਚਾਨਣ ਬਖੇਰਨਾ, ਉਸ ਦੇ ਵਿੱਚ ਰਹਿ ਕੇ ਆਪਣੀ ਕਰੈਕਟਰ ਨੂੰ ਡਿਵੈਲਪ ਕਰਨਾ, ਆਪਣੇ ਪਰਿਵਾਰ ਨੂੰ ਜਿੱਥੇ ਅੱਗੇ ਲੈ ਕੇ ਜਾਣਾ, ਉੱਥੇ ਸੁਸਾਇਟੀ ਨੂੰ ਅੱਗੇ ਲੈ ਕੇ ਜਾਣਾ ਹੈ, ਉੱਥੇ ਪੂਰੀ ਦੁਨੀਆ ਨੂੰ ਸੰਦੇਸ਼ ਦੇਣਾ ਹੈ ਕਿ ਐਜੂਕੇਸ਼ਨ ਦਾ, ਗੁਰਮਤ ਦੀ ਐਜੂਕੇਸ਼ਨ ਦਾ ਸਿਸਟਮ ਕਿਵੇਂ ਦਾ ਹੋਣਾ ਚਾਹੀਦਾ ਹੈ। ਇਹ ਕਿਸ ਤਰੀਕੇ ਨਾਲ ਤੁਹਾਡੇ ਵਿੱਚ ਇਹ ਚਾਨਣ ਮਨਾਰਾ ਹੋ ਸਕਦੀ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਪੇਸ਼ੈਂਸ ਨਾਲ ਸੁਣਿਆ। ਸਾਰਿਆਂ ਦਾ, ਪ੍ਰਬੰਧਕਾਂ ਦਾ, ਸਾਰੇ ਸੰਗਤ ਦਾ, ਸਾਰੇ ਜੋ ਕੈਂਪਰਸ ਜਿਨ੍ਹਾਂ ਨੇ
ਕੈਂਪ ਅਟੈਂਡ ਕੀਤਾ। ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਦੇ ਕੋਈ ਸਵਾਲ ਨੇ ਤਾਂ ਮੈਂ 2-4 ਮਿੰਟ ਦੇ ਵਿੱਚ ਵੀਰ ਕਿਉਂ ਸਾਡੇ ਬੁਲਾਰੇ ਸੁਖਵਿੰਦਰ ਸਿੰਘ ਜੀ ਹਾਜ਼ਰ ਹੋ ਚੁੱਕੇ ਨੇ, ਉਹਨਾਂ ਨੇ ਮੇਰੇ ਤੋਂ ਅਗਲਾ ਜੋ ਵਿਸ਼ਾ, ਵੈਸੇ ਤਾਂ ਇਹਦੇ ਬਰਾਬਰ ਦਾ ਹੀ ਵਿਸ਼ਾ ਐਜੂਕੇਸ਼ਨ ਦੇ ਵਿਸ਼ਾ, ਜੋ ਗੁਰਬਾਣੀ ਵਿਆਕਰਨ ਬੜੀ ਜ਼ਰੂਰੀ ਹੈ, ਜੋ ਸਾਡੀ ਲਿਪੀ ਹੈ, ਸਾਡੀ ਵਿਆਕਰਨ ਹੈ, ਉਹਦੇ ਬਾਰੇ ਉਹਨਾਂ ਨੇ ਤੁਹਾਨੂੰ ਬੜਾ ਵਿਸਥਾਰ ਵਿੱਚ ਚਾਨਣਾ ਪਾਉਣਾ ਹੈ। ਸੋ ਸਾਰੇ ਜ਼ਰੂਰ ਸੁਣਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ